ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ। ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੈ ਸਾਧ ਮਨਾ। ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ। ਗੁਰ ਉਪਦੇਸ਼ ਸਚ ਸੁਖ ਜਾਂ ਕੋ, ਕਿਆ ਤਿਸ ਉਪਮਾ ਕਹੀਐ। ਕਿਆ ਤਿਸ ਉਪਮਾ ਕਹੀਐ। ਲਾਲ ਜਵੇ ਹਰ ਰਤਨ ਪਦਾਰਥ, ਖੋਜਤ ਗੁਰਮੁਖ ਲਹੀਐ। ਖੋਜਤ ਗੁਰਮੁਖ ਲਹੀਐ। ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ। ਸਾਇਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ। ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਗੁਰਮੁਖ ਸਹਿਜ ਸਮਾਵੈ। ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈਂ ਕਨੇਰੇ ਕਰੈਂ ਗੱਲਾਂ, ਗੱਲੀ ਕਿਨੈ ਨ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸਜੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਤੇ ਗੁਰਬਾਣੀ ਵਿਚਾਰ ਦੇ ਸਤਵੰਤੇ ਪਤਵੰਤੇ ਗੁਰਮੁਖ ਜਨੋ, ਆਪ ਜੀ ਦੇ ਨਾਲ ਆਪਣੀ ਹਕੀਰ ਬੁੱਧੀ ਦੁਆਰਾ ਆਨੰਦ ਸਾਹਿਬ ਜੀ ਦੀ ਵਿਚਾਰ ਅੱਗੇ ਹਾਜ਼ਰ ਹੈ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ हैं ਵੀ ਇਹ ਸੋਹਿਲਾ ਸ਼ਬਦ ਸੁਹਾਵਾ। ਸੋਹਿਲਾ ਹੁੰਦਾ ਖੁਸ਼ੀ ਦਾ ਗੀਤ। ਸ਼ਬਦ ਜਿਹੜਾ ਵਧੀਆ ਸ਼ਬਦ ਹੈ, ਸੋਹਣਾ ਸ਼ਬਦ ਹੈ, ਜੱਚਦਾ ਸ਼ਬਦ ਹੈ, ਗੁਰਬਾਣੀ ਹੈ, ਇਹੀ ਸੋਹਿਲਾ ਹੈ ਪਰਮਾਤਮਾ ਦਾ, ਇਹੀ ਉਹਦਾ ਗੀਤ ਹੈ ਖੁਸ਼ੀ ਦਾ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਜਿਹੜਾ ਫਬਦਾ ਸੁਹਾਵਾ ਸ਼ਬਦ ਹੈ, ਇਹ ਜਿਹੜਾ ਸੋਹਿਲਾ ਹੈ, ਇਹ ਸਤਿਗੁਰੂ ਨੇ ਸੁਣਾਇਆ। ਗੁਰਬਾਣੀ ਸਤਿਗੁਰੂ ਨੇ ਦਿੱਤੀ ਹੈ। ਇਹ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਵਸਦਾ ਕਿਹਦੇ ਮਨ ਵਿੱਚ ਹੈ? ਜਿਹਦੇ ਮੱਥੇ ਦੇ ਉੱਤੇ ਲੇਖ ਪਿਆ ਹੋਇਆ ਹੁੰਦਾ ਧੁਰ ਤੋਂ। ਸਮੇਂ ਨਾਲ ਉਹ ਫੁੱਟਦਾ ਹੈ। ਫਿਰ ਇੱਕ ਫਿਰੈਂ ਕਨੇਰੇ ਕਰੈਂ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਈ ਇੱਕ ਬਹੁਤ ਸਾਰੇ ਗੱਲਾਂ ਕਰਦੇ ਫਿਰਦੇ ਰੱਬ ਦੀਆਂ, ਗੱਲਾਂ ਨਾਲ ਨਹੀਂ ਉਹ ਪਾਇਆ ਜਾਂਦਾ। ਇਹ ਜਿਹੜਾ ਗੱਲੀ ਸ਼ਬਦ ਹੈ ਸਾਧ ਸੰਗਤ ਜੀ, ਉਹ ਤਿੰਨ ਰੂਪਾਂ 'ਚ ਆਇਆ ਗੁਰਬਾਣੀ 'ਚ। ਇੱਕ ਤਾਂ ਆ ਇੱਥੇ ਆਇਆ ਕਰੈਂ ਗੱਲਾਂ, ਗੱਲੀ ਕਿਨੇ ਨਾ ਪਾਇਆ। ਇਹਦੇ 'ਚ ਕੋਲੋਂ ਅਧਕ ਵੀ ਲੱਗਣੀ ਹੈ, ਕੰਨੇ ਪਰ ਬਿੰਦੀ ਵੀ ਲੱਗਣੀ ਹੈ। ਗੱਲਾਂ
ਜਾਂ ਗਲੀ, ਗੱਲੀ, ਗੱਗਾ ਲੱਲੇ ਨੂੰ ਬਿਹਾਰੀ ਉੱਪਰ ਬਿੰਦੀ, ਗੱਲੀ। ਇਹਦਾ ਦੂਜਾ ਰੂਪ ਹੈਗਾ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਉੱਥੇ ਗੱਗਾ ਲੱਲੇ ਨੂੰ ਬਿਹਾਰੀ, ਲੱਲੇ ਦੇ ਪੈਰ 'ਚ ਬਿੰਦੀ, ਗਲੀ। ਵੀ ਕਿਹੜੀ ਗਲੀ 'ਚ ਮੇਰਾ ਪ੍ਰੀਤਮ ਮਿਲੇਗਾ। ਉੱਥੇ ਬੀਹੀ ਤੋਂ ਮੁਰਾਦ ਹੈ, ਇੱਥੇ ਗੱਲਾਂ ਤੋਂ ਮੁਰਾਦ ਹੈ। ਇੱਕ ਰੂਪਾਂਤਰ ਹੋਰ ਵੀ ਆਉਂਦਾ ਹੈ, ਗਲੀ ਜਿਨੀ ਜਪਮਾਲੀਆਂ ਲੋਟੇ ਹੱਥ ਨਵਗ, ਓਏ ਹਰ ਕੇ ਸੰਤ ਨਾਖੀਐ ਬਨਾਰਸ ਕੇ ਠੱਗ। ਗਲੀ, ਗੱਗਾ ਲੱਲੇ ਨੂੰ ਬਿਹਾਰੀ ਉੱਪਰ ਬਿੰਦੀ, ਪੈਰ ਵਿੱਚ ਵੀ ਬਿੰਦੀ, ਕਿਉਂਕਿ ਅੱਜ ਕੱਲ੍ਹ ਲੱਲੇ ਦੇ ਪੈਰ 'ਚ ਬਿੰਦੀ ਲਾਉਣ ਦਾ ਵਿਧਾਨ ਵੀ ਹੋ ਗਿਆ। ਪੁਰਾਣੀ ਲਿਖਤਾਂ ਵਿੱਚ ਤਾਂ ਇਹ ਬਿੰਦੀ ਲੱਗਦੀ ਨਹੀਂ ਸੀਗੀ। ਫਾਰਸੀ ਦੇ ਸ਼ਬਦ ਨੇ ਜਿਹੜੇ, ਉਹਨਾਂ ਦੇ ਉੱਥੋਂ ਆਈ ਹੈ ਬਿੰਦੀ। ਖੱਖਾ ਬਿੰਦੀ ਖਾ, ਜੱਜਾ ਬਿੰਦੀ ਜਾ, ਫੱਫਾ ਬਿੰਦੀ ਫਾ, ਵਗੈਰਾ ਵਗੈਰਾ। ਤੋ ਅੱਜ ਕੱਲ੍ਹ ਲੱਲੇ ਨੂੰ ਵੀ ਜਿਵੇਂ ਕਾਲਾ ਲਿਖਿਆ ਵਾ ਹੁੰਦਾ ਗੁਰਬਾਣੀ 'ਚ, ਉਹਨੂੰ ਕਾਲਾ ਪੜ੍ਹਨਾ ਚਾਹੀਦਾ। ਭਾਵੇਂ ਬਿੰਦੀ ਹੇਠਾਂ ਨਹੀਂ ਲੱਗੀ ਹੋਈ, ਲੇਕਿਨ ਉਹ ਸਪੋਜ਼ਡ ਹੈ। ਕਾਲਾ ਕੁੱਤਾ ਬਜਾਏ ਕਾਲਾ ਕੁੱਤਾ ਕਹਿਣ ਦੇ, ਇਹ ਠੀਕ ਹੈ। ਕਈ ਇਲਾਕਿਆਂ ਦੀ ਭਾਸ਼ਾ ਵਿੱਚ ਕਾਲਾ ਬੋਲਿਆ ਜਾਂਦਾ, ਲੇਕਿਨ ਪੁਆਧੀ ਜਿਹੜੀ ਬੋਲੀ ਹੈ ਗੁਰਮੁਖੀ ਦੇ, ਗੁਰਬਾਣੀ ਦੇ ਬਹੁਤ ਨੇੜੇ ਹੈ ਜਿਹੜੀ, ਉਹਦੇ ਵਿੱਚ ਇਹ ਲਲਾਇਆ ਕਰਕੇ ਬੋਲਿਆ ਜਾਂਦਾ, ਕਾਲਾ ਬਜਾਏ ਕਾਲਾ ਕਹੀਏ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਸਤਿਗੁਰੂ ਨੇ ਇਹ ਜਿਹੜਾ ਸੱਚਾ ਸੋਹਿਲਾ ਹੈ, ਸ਼ਬਦ ਹੈ, ਗੁਰਬਾਣੀ ਹੈ, ਇਹ ਗੁਰੂ ਨੇ ਸੁਣਾਈ ਹੈ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਉਹ ਪਵਿੱਤਰ ਹੋ ਗਏ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਭਾਈ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਕੌਣ ਪਵਿੱਤਰ ਹੋਏ? ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਅਨੁਸਾਰੀ ਹੋ ਕੇ ਧਿਆਇਆ। ਗੁਰੂ ਤੋਂ ਬਿਨਾਂ ਜਿਹੜੇ ਰੱਬ ਨੂੰ ਧਿਆਉਂਦੇ ਆ ਉਹ ਸਫਲ ਨਹੀਂ ਹੁੰਦੇ, ਕਿਉਂਕਿ ਹਉਮੈ ਨਹੀਂ ਟੁੱਟਦੀ ਅੰਦਰੋਂ। ਗੁਰੂ ਦਾ ਪਹਿਲਾ ਕਰਮ ਹੀ ਇਹੀ ਹੈ, ਉਹਨੇ ਹਉਮੈ ਤੋੜਨੀ ਹੈ ਬੰਦੇ ਦੇ ਅੰਦਰ। ਗੁਰਮੁਖ, ਗੁਰੂ ਵੱਲ ਮੁਖ ਕਰਕੇ, ਯਾਨੀ ਗੁਰੂ ਦੇ ਅਨੁਸਾਰੀ ਹੋ ਕੇ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਬਾਣੀ ਪੜ੍ਹਨ ਦੇ ਨਾਲ, ਸੁਣਨ ਦੇ ਨਾਲ, ਵਿਚਾਰਨ ਦੇ ਨਾਲ ਮਾਤਾ ਪਿਤਾ ਪਰਿਵਾਰ ਸਾਰੀ ਸੰਗਤ ਪਵਿੱਤਰ ਹੋ ਜਾਂਦੀ ਹੈ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿਣ ਵਾਲੇ ਵੀ ਗੁਰਬਾਣੀ ਨੂੰ ਪਵਿੱਤਰ, ਸੁਣਨ ਵਾਲੇ ਵੀ ਪਵਿੱਤਰ, ਜਿਨ੍ਹਾਂ ਨੇ ਮਨ ਵਸਾ ਲਈ ਉਹਨਾਂ ਦਾ ਤਾਂ ਲੇਖਾ ਹੀ ਕੁਛ ਨਹੀਂ ਹੈ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੈ ਨਿਧਾਨਾ। ਕਹਿਣੇ ਸੁਣਨੇ ਵਾਲਿਆਂ ਨੂੰ ਵੀ ਸੁੱਖ ਮਿਲਦਾ, ਪਰ ਨਿਧਾਨਾ ਨਾਮ ਦਾ ਉਹਨੂੰ ਮਿਲਦਾ ਜਿਹਨੇ ਆਪਣੇ ਹਿਰਦੇ 'ਚ ਵਸਾ ਲਿਆ, ਜਿਹਨੇ ਮੰਨ ਲਿਆ ਗੁਰਬਾਣੀ ਨੂੰ। ਨਾਏ ਮੰਨਿਆ ਨਾਮ ਉਪਜੈ, ਸਹਿਜੇ ਸੁਖ ਪਾਇਆ। ਨਾਮ ਦਾ ਮੰਨਣ ਕਰਕੇ, ਨਾਮ ਜਿਹਨੇ ਮੰਨ ਲਿਆ ਅੰਦਰੋਂ, ਇੱਕ ਪਰ ਖੜ ਗਿਆ ਬੰਦਾ, ਉਹਨੇ ਇਹ ਅਵਸਥਾ ਪਾਉਣੀ ਹੈ। ਏਕੇ ਤੋਂ ਬਿਨਾਂ ਇਹ ਅਵਸਥਾ ਨਹੀਂ ਪਾਈ ਜਾਂਦੀ। ਇਹ ਸਤਿਗੁਰੂ ਨੇ ਦੱਸੀ ਹੈ ਬਾਤ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰਤਾ ਇੰਨੀ ਓ ਹੈ, ਪਰ ਆਪਾਂ ਨੂੰ ਪਤਾ ਹੈ ਗੁਰਬਾਣੀ 'ਚ ਬਹੁਤ ਗਹਿਣ ਵਿਚਾਰਾਂ ਹੈ, ਗੂੜ੍ਹੀਆਂ ਵਿਚਾਰਾਂ ਹੈ। ਗਾਥਾ ਗੂੜ ਅਪਾਰੰ ਸਮਝਣੇ ਵਿਰਲਾ ਜਨੈ, ਸੰਗਤ ਦੇ ਰਾਹੀਂ ਹੀ ਸਮਝ ਆ ਸਕਦੀਆਂ ਹੈ। ਆਪਾਂ ਉਹਦੀ ਵਿਚਾਰਾਂ ਗਾਏ ਵਗਾਏ ਕਰਦੇ ਰਹਿੰਦੇ ਹਾਂ। ਕੱਲ੍ਹ ਵੀ ਲੋਅਰ ਨੌਲੇਜ ਦੀ ਬਾਤ ਆਈ ਸੀਗੀ। ਮੁੰਡਕਾ ਉਪਨਿਸ਼ਦ ਵਿੱਚ ਜਿਹੜਾ ਜ਼ਿਕਰ ਹੈ ਵੀ ਲੋਅਰ ਨੌਲੇਜ ਕਿਆ ਹੈ, ਉਹਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਅੱਗੇ ਚੱਲੀਏ। ਅੱਗੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹਦੀ ਵਿਚਾਰ ਕਰਨੀ ਹੈ। ਸਾਧ ਸੰਗਤ ਜੀਓ, ਧਾਰਮਿਕ ਗ੍ਰੰਥਾਂ ਦਾ ਪਾਠ ਪਠਨ, ਤੀਰਥ ਯਾਤਰਾਵਾਂ, ਵਿਆਕਰਨ ਦੀ ਸਟੱਡੀ, ਫੋਨੈਟਿਕਸ ਯਾਨੀ ਉਚਾਰਨ ਸਹੀ ਕਰਨਾ, ਇਹ ਸਭ ਅੱਛੇ ਕਰਮ ਹੈ। ਹਿਸਟਰੀ ਜੋਗਰਾਫੀ ਜਾਣ ਲੈਣੀ, ਗਿਆਨ 'ਚ ਵਾਧਾ ਕਰ ਲੈਣਾ, ਅੱਛੀ ਗੱਲ ਹੈ। ਹੋਰ ਲੌਜਿਕ ਸਿੱਖ ਲੈਣਾ, ਸਾਈਕੋਲੋਜੀ ਪੜ੍ਹ ਲੈਣੀ, ਇਹ ਵੀ ਸਭ ਅੱਛੀ ਗੱਲ ਹੈ। ਲੇਕਿਨ ਇਹ ਸਭ ਲੋਅਰ ਨੌਲੇਜ ਹੈ ਸਾਧ ਸੰਗਤ ਜੀ, ਚੌਂਕਿਓ ਨਾ ਗੱਲ ਸਹੀ ਹੈ। ਪਾਠ ਸਹੀ ਕਰ ਲੈਣਾ, ਵਿਆਕਰਨ ਦੇ ਅਨੁਸਾਰ ਕਰ ਲੈਣਾ, ਬਹੁਤ ਵਧੀਆ ਗੱਲ ਹੈ, ਕਿਉਂਕਿ ਸਮਝ ਆ ਜਾਂਦੀ ਹੈ ਉਹਦੇ ਨਾਲ। ਪਰ ਇਹਨੂੰ ਲੋਅਰ ਨੌਲੇਜ ਵਿੱਚ ਰੱਖਿਆ ਗਿਆ। ਹਾਇਰ ਨੌਲੇਜ ਉਹੀ ਹੈ ਜਿਹੜੀ ਏਕੇ ਦਾ ਜਾਪ ਕਰਨਾ, ਉਹਨੂੰ ਪ੍ਰਾਪਤ ਕਰਨਾ, ਜਾਂ ਨਿਸ਼ਕਾਮ ਹੋ ਕੇ ਸੰਗਤ ਕਰਨੀ। ਪ੍ਰਭੂ ਦੇ ਗੁਣ ਗਾਉਣੇ, ਇੱਕ ਰਸ ਭਿੱਜ ਕੇ ਅੰਦਰੋਂ,
ਉਹ ਹਾਇਰ ਨੌਲੇਜ ਆ, ਉਹ ਮੁਸ਼ਕਲ ਹੈ, ਉਹ ਬੰਦਾ ਨਹੀਂ ਕਰਦਾ। ਹੋਰ ਬਾਕੀ ਸਭ ਕੁਝ ਕਰ ਲੈਂਦਾ। ਉਹ ਜਿਹੜਾ ਆਖਣਾ ਜਾਂ ਉਹਨੂੰ ਹਰ ਵਕਤ ਧਿਆਉਣਾ ਉਹ ਮੁਸ਼ਕਲ ਹੈ। ਆਖਣਾ ਔਖਾ, ਸਾਚਾ ਨਾਮ, ਉਹ ਹਾਇਰ ਨੌਲੇਜ ਮੰਨੀ ਜਾਂਦੀ ਹੈ। ਕੱਲ ਜ਼ਿਕਰ ਵੀ ਕਰਿਆ ਸੀਗਾ ਵੀ 1.5 ਪੁੰਨ 1.5 ਪਾਪ ਹੈ, ਉਹਦਾ ਵਿਚਾਰ ਕੱਲ ਆਈ ਹੋਈ ਹੈ। ਤਾਂ ਚਲੋ ਅੱਗੇ ਚੱਲੀਏ। ਸਾਧ ਸੰਗਤ ਜੀਓ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਵਿਚਾਰ ਦੇਖਣ ਨੂੰ ਕੁਛ ਹੋਰ ਤਰ੍ਹਾਂ ਲੱਗਦੀ ਹੈ, ਲੇਕਿਨ ਗੱਲ ਹੋਰ ਹੈ। ਸਾਡੇ ਕੁਛ ਅਦੀਬਾਂ ਨੇ, ਕੁਛ ਵਿਦਵਾਨਾਂ ਨੇ ਇਹਨੂੰ ਇਸ ਤਰ੍ਹਾਂ ਕੋਸ਼ਿਸ਼ ਕਰੀ ਹੈ ਕਰਨ ਦੀ ਵੀ ਪਰਮਾਤਮਾ ਹੀ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਾਂ ਹੋਰ ਵੀ ਐਸੀਆਂ ਪੰਕਤੀਆਂ ਹੁੰਦੀਆਂ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਵੀ ਆਉਂਦੀ ਹੈ ਤੁਕ। ਇਹ ਸਾਧ ਸੰਗਤ ਜੀ ਉਹਨਾਂ ਤੋਂ ਐਂ ਲੱਗਦਾ ਵੀ ਸ਼ਾਇਦ ਰੱਬ ਹੀ ਬ੍ਰਹਮ ਗਿਆਨੀ ਹੈ। ਔਰ ਕਈ ਵਿਦਵਾਨਾਂ ਨੇ ਤਾਂ ਇਹਨੂੰ ਬੜੇ ਜ਼ੋਰ ਨਾਲ ਕਿਹਾ ਵੀ ਹੈ, ਖਾਸ ਕਰਕੇ ਜਿਹੜੇ ਸਾਡੇ ਮਿਸ਼ਨਰੀ ਭਰਾ ਹੈ, ਦਾਸਰਾ ਉਹਨਾਂ ਵਿੱਚ ਵੀ ਵਿਚਰਦਾ ਹੈ। ਆਓ ਇਹਦੀ ਥੋੜ੍ਹੀ ਜਿਹੀ ਵਿਆਖਿਆ ਗੁਰਬਾਣੀ ਤੋਂ ਹੀ ਕਰੀਏ, ਖਾਸ ਕਰਕੇ ਸੁਖਮਨੀ ਸਾਹਿਬ ਤੋਂ ਜਿੱਥੇ ਇਹ ਮਹਾਂਵਾਕ ਆਉਂਦੇ ਆ ਉਹਦੇ ਵਿੱਚ ਇਹਦੀ ਵਿਚਾਰ ਹੈਗੀ ਹੈ। ਦੇਖੋ, ਗੁਰਬਾਣੀ ਫਰਮਾਉਂਦੀ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਸੁਖਮਨੀ ਸਾਹਿਬ ਦੇ ਤੁਕ ਹੈ, ਮਹਾਂਵਾਕ ਹੈ। ਔਰ ਸਿੱਧ ਗੋਸ਼ਟ ਵਿੱਚ ਜ਼ਿਕਰ ਆਉਂਦਾ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਜੇ ਪਹਿਲੀ ਤੁਕ ਤੋਂ ਨਹੀਂ ਸਮਝ ਲੱਗਦੀ ਤਾਂ ਇੱਥੇ ਕਲੈਰਿਟੀ ਹੈ। ਜੋ ਜਨ ਨਾਮ ਨਿਰੰਜਨ ਰਾਤਾ, ਜਿਹੜਾ ਨਿਰੰਜਨ ਦੇ ਨਾਮ ਨਾਲ ਰਤਿਆ ਗਿਆ, ਨਾਨਕ ਸੋਈ ਪੁਰਖ ਵਿਧਾਤਾ, ਉਹ ਪੁਰਖ ਵਿਧਾਤਾ ਬਣ ਜਾਂਦਾ। ਹਾਲਾਂਕਿ ਪੁਰਖ ਵਿਧਾਤਾ ਪ੍ਰੋਵੀਡੈਂਸ ਨੂੰ ਕਹਿੰਦੇ ਆ, ਉਹ ਬੇਮਾਤਾ ਜਾਂ ਉਹ ਰੱਬ ਜਿਹੜਾ ਲੋਕਾਂ ਦੇ ਲੇਖ ਲਿਖਦਾ ਹੈ, ਉਹ ਹੁੰਦਾ ਪੁਰਖ ਵਿਧਾਤਾ। ਤੋ ਰੱਬ ਵੀ ਪੁਰਖ ਵਿਧਾਤਾ ਹੈ, ਤੇ ਜਿਹੜਾ ਬ੍ਰਹਮ ਗਿਆਨੀ ਸੰਤ ਲੋਕ ਹੁੰਦੇ ਉਹ ਵੀ ਪੁਰਖ ਵਿਧਾਤੇ ਹੁੰਦੇ। ਜੋ ਜਨ ਨਾਮ ਨਿਰੰਜਨ ਰਾਤਾ, ਜਿਹੜਾ ਵੀ ਨਾਮ ਨਾਲ ਰੰਗ ਗਿਆ ਉਹ ਪੁਰਖ ਵਿਧਾਤਾ ਬਣ ਜਾਂਦਾ। ਹੋਰ ਚਲੋ ਅੱਗੇ। ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਇਸ ਜਗਤ ਵਿੱਚ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੁੰਦਾ ਜਿਹੜਾ ਆਪਣੀ ਹਉਮੈ ਨੂੰ ਮੇਟ ਕੇ ਉਹਦੇ 'ਚ ਸਮਾ ਜਾਂਦਾ। ਹੁਣ ਵਿਰਲਾ ਰੱਬ ਤਾਂ ਹੈ ਨਹੀਂ, ਉਹ ਤਾਂ ਇੱਕੋ ਇੱਕ ਹੈ, ਉਹਨੇ ਤਾਂ ਆਪਣਾ ਸਰੀਰ ਕੋਈ ਬਣਾਇਆ ਹੀ ਨਹੀਂ। ਤਾਂ ਫਿਰ ਬ੍ਰਹਮ ਗਿਆਨੀ ਕੌਣ ਹੋਇਆ ਜਿਹੜਾ ਵਿਰਲਾ? ਵਿਰਲਿਆਂ 'ਚੋਂ ਵੀ ਵਿਰਲਾ, ਰੇਅਰੈਸਟ ਆਫ ਦਾ ਰੇਅਰ, ਉਹ ਮਹਾਂਪੁਰਸ਼ ਹੀ ਹੁੰਦਾ। ਰੱਬ ਨੂੰ ਬ੍ਰਹਮ ਗਿਆਨੀ ਨਹੀਂ ਕਿਹਾ ਗੁਰਬਾਣੀ 'ਚ ਕਿਤੇ ਵੀ। ਬੰਦੇ ਨੂੰ ਜਿਹੜਾ ਜਿਹਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਏ, ਰੱਬ ਨਾਲ ਮੇਲ ਹੋ ਜਾਏ ਆਤਮਿਕ ਤੌਰ 'ਤੇ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ। ਜੇ ਆਪਾਂ ਇਹਨੂੰ ਅੰਦਰੂਨੀ ਬਣਤਰ ਦੇਖੀਏ ਤਾਂ ਗੁਰਮੁਖ ਜਿਹੜਾ ਹੁੰਦਾ, ਸੰਤ ਹੁੰਦਾ, ਉਹ ਚੌਥੇ ਸੁੰਨ 'ਚ ਹੁੰਦਾ। ਚੌਥਾ ਪਦ, ਚੌਥੀ ਪਦਵੀ, ਚੌਥੀ ਥਾਂ, ਇਸ ਤਰ੍ਹਾਂ ਜ਼ਿਕਰ ਆਉਂਦਾ ਗੁਰਬਾਣੀ 'ਚ। ਬ੍ਰਹਮ ਗਿਆਨੀ ਉਹ ਸੰਤ ਹੁੰਦਾ ਜਿਹਦਾ ਚੌਥਾ ਪਦ ਸੁੰਨ ਦੇ ਵਿੱਚ ਲੀਨ ਹੋ ਜਾਏ। ਸੁੰਨੈ ਸੁੰਨ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵਾਂਗੇ, ਬਹੁਰ ਹਮ ਕਾਹੇ ਆਵਾਂਗੇ। ਤੋ ਜਿਹਦਾ ਚੌਥਾ ਸੁੰਨ ਸੁੰਨ ਦੇ ਵਿੱਚ ਯਾਨੀ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਉਹ ਬ੍ਰਹਮ ਗਿਆਨੀ ਬਣਦਾ। ਹੁਣ ਇਹ ਜਿਹੜਾ ਸੁੰਨ ਦੇ ਬਾਰੇ 'ਚ ਬੜੀਆਂ ਭ੍ਰਾਂਤੀਆਂ, ਜੋਗੀਆਂ ਦਾ, ਕੰਨ ਪਾਟਿਆਂ ਦਾ, ਸਿੱਧਾਂ ਦਾ ਸੁੰਨ ਹੋਰ ਹੈ। ਉਹ ਰੱਬ ਨੂੰ ਨਹੀਂ ਮੰਨਦੇ, ਸੁੰਨ ਨੂੰ ਮੰਨਦੇ, ਪਰ ਉਹਨਾਂ ਦਾ ਸੁੰਨ ਹੋਰ ਹੈ। ਜਿਵੇਂ ਨਿਰਵਾਣ ਮਹਾਤਮਾ ਬੁੱਧ ਜੀ ਦਾ ਹੋਰ ਹੈ, ਗੁਰਬਾਣੀ ਦਾ ਨਿਰਵਾਣ ਹੋਰ ਹੈ। ਹਾਲਾਂਕਿ ਗੁਰਬਾਣੀਕਾਰਾਂ ਨੇ ਨਿਰਵਾਣ ਨੂੰ ਉਸੇ ਲਹਿਜੇ 'ਚ ਵਰਤ ਲਿਆ ਜਿਵੇਂ ਮੁਕਤੀ ਹੁੰਦੀ ਹੈ। ਨਿਰਵਾਣ ਮਹਾਤਮਾ ਬੁੱਧ ਅਨੁਸਾਰ ਤਾਂ ਆਤਮਿਕ ਲੈਵਲ ਤੱਕ ਦੀ ਪਹੁੰਚ ਹੈ, ਜਿੱਥੇ ਦੁੱਖਾਂ ਦਾ ਨਾਸ਼ ਹੋ ਜਾਂਦਾ, ਵਾਸਨਾਵਾਂ ਖਤਮ ਹੋ ਜਾਂਦੀਆਂ। ਲੇਕਿਨ ਪਰਮਾਤਮਾ ਦੇ ਮਿਲਾਪ ਦੀ ਕੋਈ ਬਾਤ ਮਹਾਤਮਾ ਬੁੱਧ ਜੀ ਨੇ ਪਾਈ ਨਹੀਂ ਹੋਈ। ਉਹ ਮੰਨਦੇ ਹੀ ਨਹੀਂ ਸੀ ਪਰਮਾਤਮਾ ਨੂੰ, ਨਾ ਹਾਂ ਨਾ ਨਾ। ਨਾ ਹੀ ਉਹਨਾਂ ਨੇ ਕਿਹਾ ਵੀ ਰੱਬ ਹੈਗਾ, ਨਾ ਹੀ ਕਿਹਾ ਵੀ ਨਹੀਂ ਹੈਗਾ। ਤੋ ਗੁਰਬਾਣੀ ਤਾਂ ਰੱਬ ਤੋਂ ਬਿਨਾਂ ਗੱਲ ਨਹੀਂ ਦੂਜੀ ਕਰਦੀ। ਇੱਕ ਓਂਕਾਰ 'ਤੇ ਹੀ ਸ਼ੁਰੂ ਹੁੰਦੀ ਹੈ, ਏਕੇ ਪਰੇ ਸਮਾਪਤ ਹੁੰਦੀ ਹੈ। ਤੋ ਸਾਧ ਸੰਗਤ ਜੀਓ, ਬ੍ਰਹਮ ਗਿਆਨੀ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ।
ਬ੍ਰਹਮ ਗਿਆਨੀ ਰੱਬ ਦੇ ਨਾਲ ਇੱਕਮਿਕ ਹੁੰਦਾ, ਜਿਵੇਂ ਪਾਣੀ 'ਚ ਪਾਣੀ ਪਾ ਦਈਏ ਇੱਕ ਬਣ ਜਾਏਗਾ, ਠੋਸ ਚੀਜ਼ ਨਹੀਂ ਮਿਲਦੀ ਹੈ। ਜਿਹਦੀ ਹਉਮੈ ਟੁੱਟ ਗਈ, ਜਿਸ ਮਹਾਂਪੁਰਸ਼ ਦੀ ਰੱਬ ਨੇ ਗੁਰੂ ਨੇ ਤੋੜ ਦਿੱਤੀ, ਉਹ ਰੱਬ 'ਚ ਸਮਾ ਸਕਦਾ, ਉਹੀ ਗੁਰੂ 'ਚ ਸਮਾ ਸਕਦਾ, ਦੂਜਾ ਨਹੀਂ ਸਮਾ ਸਕਦਾ। ਜਿੰਨਾ ਮਰਜ਼ੀ ਉਹ ਬਾਹਰ ਦਾ ਪਠਣ ਪਾਠਣ ਕਰੀ ਜਾਵੇ, ਜਿੰਨਾ ਮਰਜ਼ੀ ਤੀਰਥਾਂ 'ਤੇ ਫਿਰੀ ਜਾਵੇ, ਕਿੰਨਾ ਹੀ ਦਾਨ ਪੁੰਨ ਕਰ ਲਵੇ, ਨਹੀਂ ਇਸ ਤਰ੍ਹਾਂ ਹੁੰਦਾ। ਹਉਮੈ ਟੁੱਟਣੇ ਤੋਂ ਬਿਨਾਂ ਕੁਛ ਵੀ ਪ੍ਰਾਪਤੀ ਨਹੀਂ ਹੋਣੀ। ਇਹ ਗੁਰਬਾਣੀ ਦਾ ਫੰਡਾਮੈਂਟਲ ਸਿਧਾਂਤ ਹੈ। ਜਦ ਟੁੱਟ ਜਾਂਦਾ ਤਾਂ ਭਾਈ ਭਗਤ ਰਵਿਦਾਸ ਜੀ ਫਰਮਾਉਂਦੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਇਹ ਮੇਰੇ ਰਾਮ ਦੱਸ, ਹੁਣ ਮੇਰਾ ਤੇਰਾ ਕਿਆ ਫਰਕ ਰਹਿ ਗਿਆ? ਆਪਾਂ ਇੱਕੋ ਹੀ ਬਣ ਗਏ। ਜਿਹਨੂੰ ਕਬੀਰ ਜੀ ਨੇ ਵੀ ਫਰਮਾਇਆ ਬਈ ਅਬ ਤੋ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ। ਇੱਕ ਬਣ ਗਏ ਹੁਣ, ਪਛਾਣ ਲਓ ਦੁਨੀਆ ਵਾਲਿਓ, ਇਹ ਕਬੀਰ ਹੈ ਕਿ ਰਾਮ ਹੈ। ਨਹੀਂ ਫਿਰ ਪਛਾਣ ਰਹਿ ਜਾਂਦੀ, ਇੱਕ ਮਿਕਤਾ ਹੋ ਜਾਂਦੀ ਹੈ, ਜਿਉਂਦੇ ਜੀ ਹੋ ਜਾਂਦੀ ਹੈ ਸਭ ਕੁਛ। ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਸੁਖਮਨੀ ਸਾਹਿਬ ਦਾ ਬਚਨ ਹੈ। ਬ੍ਰਹਮ ਗਿਆਨੀ ਦੇ ਅੰਦਰ ਈਗੋ ਨਹੀਂ ਹੁੰਦੀ, ਈਗੋ ਖਤਮ ਕਰ ਦਿੰਦਾ ਗੁਰੂ ਦੀ ਕਿਰਪਾ ਨਾਲ। ਰੱਬ ਵਿੱਚ ਤਾਂ ਕੋਈ ਈਗੋ ਨਹੀਂ ਹੈ, ਕੋਈ ਹੰਕਾਰ ਨਹੀਂ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਦੇ ਸਾਥ ਪ੍ਰਭੂ ਵਸਦਾ ਹੈ। ਤਾਂ ਫਿਰ ਪ੍ਰਭੂ ਬ੍ਰਹਮ ਗਿਆਨੀ ਕਿਵੇਂ ਹੋ ਗਿਆ ਭਾਈ? ਮਤਲਬ ਜਿਹੜਾ ਬੰਦਾ ਹੈ ਉਹ ਬ੍ਰਹਮ ਗਿਆਨੀ ਹੈ, ਨਾ ਕਿ ਰੱਬ ਹੈ। ਉਹ ਬੰਦਾ ਜਿਹੜਾ ਮਹਾਂਪੁਰਸ਼ ਹੈ ਬ੍ਰਹਮ ਗਿਆਨੀ, ਉਹਦੇ ਨਾਲ ਹਮੇਸ਼ਾ ਪ੍ਰਭੂ ਵਸਦਾ ਹੈ। ਆ ਮਤਲਬ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹੇਸ਼ ਵੀ ਬ੍ਰਹਮ ਗਿਆਨੀ ਨੂੰ ਖੋਜਦਾ ਹੈ, ਟੋਲਦਾ ਹੈ, ਕਿਉਂਕਿ ਬ੍ਰਹਮ ਗਿਆਨੀ ਪਰਮੇਸ਼ਰ ਵਰਗਾ ਹੁੰਦਾ ਹੈ। ਪਰਮੇਸ਼ਰ ਤਾਂ ਕੋਈ ਦੁਨੀਆ 'ਚ ਦੂਜਾ ਹੈ ਹੀ ਨਹੀਂ, ਉਹਨੇ ਆਪਣਾ ਸ਼ਰੀਕ ਕੋਈ ਬਣਾਇਆ ਹੀ ਨਹੀਂ, ਨਾ ਉਹ ਕਿਸੇ ਦੀ ਮਸਲਤ ਲੈਂਦਾ। ਲੇਕਿਨ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ, ਉਹਨਾਂ ਨੂੰ ਆਪਣੇ ਨਾਲ ਜ਼ਰੂਰ ਮਿਲਾ ਲੈਂਦਾ। ਅਹਮ ਬ੍ਰਹਮ ਆਸਮੀ, ਵੇਦਾਂ ਵਿੱਚ ਜ਼ਿਕਰ ਹੈ, ਮੈਂ ਹੀ ਬ੍ਰਹਮ ਹਾਂ, ਅਨਲ ਹਕ ਹਮਾ ਓਸਤ ਹਮਾ ਓਸਤ ਹਮਾ ਓਸਤ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਧ ਸੰਗਤ ਜੀਓ, ਬ੍ਰਹਮ ਗਿਆਨੀ ਰੱਬ ਨਾਲ ਸਿਮੀਲਰ ਹੈ, ਆਈਡੈਂਟੀਕਲ ਨਹੀਂ ਹੈ। ਜੇ ਇਹਨੂੰ ਅੰਗਰੇਜ਼ੀ 'ਚ ਸਮਝ ਲਈਏ ਤਾਂ ਹੋਰ ਸੌਖਾ ਸਮਝ ਆ ਜਾਂਦਾ। ਆਈਡੈਂਟੀਕਲ ਹੁੰਦਾ ਹੂ ਬਹੂ ਉਹੀ ਕੁਛ, ਸਿਮੀਲਰ ਹੁੰਦਾ ਬਹੁਤ ਕੁਛ ਉਹੋ ਜਿਹਾ ਹੁੰਦਾ ਦੇਖਣ ਨੂੰ ਪਤਾ ਨਹੀਂ ਲੱਗਦਾ, ਪਰ ਵਿੱਚ ਕੁਛ ਨਾ ਕੁਛ ਫਰਕ ਜ਼ਰੂਰ ਹੁੰਦਾ। ਹੁਣ ਇਸ ਚੀਜ਼ ਨੂੰ ਕਿਵੇਂ ਸਮਝੀਏ? ਵੇਦਾਂ ਵਿੱਚ ਵੀ ਇਹਦਾ ਜ਼ਿਕਰ ਕਰਿਆ ਗਿਆ ਹੈ। ਪਰਮਾਤਮਾ ਆਨੰਦੋ ਭਵਿਆ ਹੈ, ਆਨੰਦ ਦਾ ਬੋਹਲ ਹੈ, ਖਜ਼ਾਨਾ ਹੈ, ਸਮੁੱਚਾ ਆਨੰਦ ਹੈ ਪਰਮਾਤਮਾ। ਜਿਹੜਾ ਸੰਤ ਜਾਂ ਬ੍ਰਹਮ ਗਿਆਨੀ ਹੁੰਦਾ, ਉਹ ਆਨੰਦੀ ਭਵਿਆ ਹੁੰਦਾ, ਉਹਦੇ 'ਚੋਂ ਉਸ ਆਨੰਦ ਦਾ ਇੱਕ ਹਿੱਸਾ ਆਇਆ ਵਾ ਹੁੰਦਾ। ਸੰਤ ਨੂੰ ਆਪਾਂ ਆਨੰਦੋ ਭਵਿਆ ਨਹੀਂ ਕਹਿੰਦੇ, ਆਨੰਦੀ ਭਵਿਆ ਕਹਿੰਦੇ, ਕਿਉਂਕਿ ਉਸ ਆਨੰਦ 'ਚੋਂ ਕੁਛ ਹਿੱਸਾ ਸੰਤ ਦੇ ਕੋਲ ਆਇਆ ਹੋਇਆ ਹੁੰਦਾ, ਬ੍ਰਹਮ ਗਿਆਨੀ ਦੇ ਕੋਲ ਆਇਆ ਹੋਇਆ ਹੁੰਦਾ। ਇਹ ਫਰਕ ਹੈ ਦੋਹਾਂ ਦੇ ਵਿੱਚ। ਇਹਨੂੰ ਹੋਰ ਵੀ ਖੋਲ੍ਹਿਆ ਭਾਈ ਨੰਦ ਲਾਲ ਜੀ ਨੇ। ਮੌਜੋ ਦਰਿਆ ਗਰਚੇ ਦਰਮਾਇਨੀ ਯਕੇਸਤ, ਲੇਕ ਅੰਦਰ ਈਨੋ ਆ ਫਰਕੇ ਵਿਸ਼ੇਸਤ। ਮੌਜੋ ਦਰਿਆ, ਦਰਿਆ ਦੀਆਂ ਜਿਹੜੀਆਂ ਲਹਿਰਾਂ ਹੈ, ਮੌਜਾਂ ਹੈ, ਭਾਵੇਂ ਕਿ ਉਹ ਇੱਕੋ ਹੀ ਹੈ, ਦਰਮਾਇਨੀ ਯਕੇਸਤ ਇੱਕੋ ਹੀ ਲੱਗਦੀਆਂ, ਪ੍ਰਤੀਤ ਹੁੰਦੀਆਂ। ਲੇਕ ਅੰਦਰ ਈਨੋ ਆ ਫਰਕੇ ਵਿਸ਼ੇਸਤ, ਪਰ ਫਿਰ ਵੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਫਰਕ ਹੈ, ਵਿਸ਼ੇਸ਼ ਫਰਕ ਹੈ। ਜਿੰਨਾ ਚਿਰ ਲਹਿਰ ਜੁਦੀ ਹੈ, ਉੱਪਰ ਉੱਠੀ ਹੋਈ ਹੈ, ਉਹਦਾ ਫਰਕ ਹੈ ਸਮੁੰਦਰ ਨਾਲੋਂ। ਜਦ ਵਿੱਚ ਮਿਲ ਗਈ ਫਿਰ ਇੱਕ ਮਿਕ ਹੋ ਜਾਂਦੀ ਹੈ, ਫਿਰ ਪਤਾ ਹੀ ਨਹੀਂ ਲੱਗਦਾ ਵੀ ਲਹਿਰ ਕਿਹੜੀ ਹੈ, ਸਮੁੰਦਰ ਕਿਹੜਾ ਹੈ। ਮਨ ਯਕ ਮੌਜਮ ਤੂੰ ਬਹਿਰੇ ਬੇਕਰਾਂ, ਭਾਈ ਨੰਦ ਲਾਲ ਜੀ ਫਰਮਾਉਂਦੇ ਆ ਵੀ ਮੈਂ ਇੱਕ ਮੌਜ ਹੈ, ਇੱਕ ਲਹਿਰ ਹੈ, ਤੂੰ ਬਹੁਤ ਬੜਾ ਵਿਸ਼ਾਲ ਸਮੁੰਦਰ ਹੈ। ਬਹਿਰ ਸਮੁੰਦਰ ਨੂੰ ਕਹਿੰਦੇ, ਬਹਿਰੇ ਬੇਕਰਾਂ, ਵਿਸਿਆਰ ਸਮੁੰਦਰ, ਬਹੁਤ ਭਾਰੀ ਸਮੁੰਦਰ। ਲੇਕਿਨ ਫਿਰ ਵੀ ਫਰਕ ਹੈ ਮੇਰਾ ਤੇਰਾ, ਭਾਵੇਂ ਕਿ ਮੈਂ ਤੇਰੀ ਇੱਕ ਲਹਿਰ ਹੈ। ਤੋ ਇਹ ਜਿਹੜਾ ਸਾਨੂੰ ਪ੍ਰਤੀਤ ਨਜ਼ਰ ਆਉਂਦਾ ਵੀ ਉਹ ਇੱਕਮਿਕ ਹੋ ਜਾਂਦੇ ਹੈ, ਜਿਉਂ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ, ਫਿਰ ਵੀ ਫਰਕ ਰਹਿੰਦਾ ਹੈ, ਕਿਉਂਕਿ ਰੱਬ ਨੇ ਆਪਣਾ ਸ਼ਰੀਕ ਕੋਈ ਨਹੀਂ ਬਣਾਇਆ। ਉਹਦੇ 'ਚ ਮਿਲ ਸਕਦੇ ਹਾਂ, ਹਸਤੀ ਆਪਣੀ ਗਵਾ ਕੇ, ਮੈਂ ਤੋੜ ਕੇ, ਟੁੱਟ ਕੇ ਗੁਰੂ ਦੁਆਰਾ,
ਲੇਕਿਨ ਰੱਬ ਨਹੀਂ ਕੋਈ ਵੀ ਹੋ ਸਕਦਾ। ਤੋ ਇਹ ਜਿਹੜਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਗੱਲ ਹੈ, ਉਹ ਪਰਮੇਸ਼ਰ ਵਰਗਾ ਹੁੰਦਾ ਹੈ, ਪਰਮੇਸ਼ਰ ਦਾ ਰੂਪ ਹੁੰਦਾ ਹੈ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇਜਾ। ਤੋ ਸਾਧ ਸੰਗਤ ਜੀਓ, ਇਹ ਦੇਖਣ ਨੂੰ ਕੁਛ ਐਂ ਲੱਗਦਾ ਹੈ ਵੀ ਸ਼ਾਇਦ ਪਰਮਾਤਮਾ ਹੀ ਆਪਣਾ ਬ੍ਰਹਮ ਗਿਆਨੀ ਹੀ ਪਰਮੇਸ਼ਰ ਹੈ। ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਪਰਮੇਸ਼ਰ ਵਰਗਾ ਹੈ। ਸੁਖਮਨੀ ਸਾਹਿਬ 'ਚ ਜ਼ਿਕਰ ਆਉਂਦਾ ਹੈ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਾਹੀ ਵਿਨਾਸ਼। ਹੁਣ ਇੱਕ ਉੱਪਰ ਆਸ ਕਿਹਦੀ ਹੋ ਸਕਦੀ ਹੈ? ਰੱਬ ਦੀ ਤਾਂ ਗਾਂ ਕਿਸੇ ਪਰ ਹੋਰ ਆਸ ਹੈ ਨਹੀਂ। ਉਹ ਤਾਂ ਪਰਫੈਕਟ ਹੈ, ਐਬਸੋਲਿਊਟ ਹੈ, ਇੱਕੋ ਇੱਕ ਹੈ। ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਦੀ ਇੱਕ ਉੱਪਰ ਆਸ਼ਾ ਹੁੰਦੀ ਹੈ। ਤਾਂ ਬ੍ਰਹਮ ਗਿਆਨੀ ਪਰਮਾਤਮਾ ਕਿਵੇਂ ਹੋ ਗਿਆ ਭਾਈ? ਉਹ ਤਾਂ ਇੱਕ ਬੰਦਾ ਹੈ, ਵਿਸ਼ੇਸ਼ ਮਹਾਂਪੁਰਸ਼ ਹੈ। ਤੋ ਇਹ ਵਿਚਾਰਾਂ ਜਦੋਂ ਗੁਰਬਾਣੀ ਦੀ ਆਪਾਂ ਇੱਕ ਤੁਕ ਤੋਂ ਲੈ ਕੇ ਜਾਂ ਇੱਕ ਸ਼ਬਦ ਤੋਂ ਲੈ ਕੇ ਵਿਆਖਿਆ ਕਰਨੀ ਚਾਹੁੰਦੇ ਹਾਂ ਤਾਂ ਉਹ ਸਹੀ ਨਹੀਂ ਹੁੰਦੀ ਹੈ। ਸਮੱਗਰਤਾ ਦੀ ਲੋੜ ਪੈਂਦੀ ਹੈ। ਸਮੁੱਚਾ ਗੁਰਬਾਣੀ ਦਾ ਭਾਵ ਸਾਹਮਣੇ ਰੱਖ ਕੇ ਗੁਰਬਾਣੀ ਦੀ ਤੁਕ ਦਾ ਆਪਾਂ ਅਰਥ ਕਰ ਸਕਦੇ ਹਾਂ। ਜਿਵੇਂ ਭਾਈ ਨੰਦ ਲਾਲ ਜੀ ਨੇ ਫਰਮਾਇਆ, ਮਨ ਯਕ ਮੌਜਮ ਤੂੰ ਬਹਿਰੇ ਬੇਕਰਾਂ, ਉੱਪਰ ਜ਼ਿਕਰ ਆਇਆ, ਫਰਕ ਬਾਸ਼ਦ ਅਜ ਜ਼ਮੀਨੋਂ ਆਸਮਾਂ। ਇਹ ਵਾਹਿਗੁਰੂ ਜੀ, ਉਹ ਮੈਂ ਇੱਕ ਮੌਜ ਹੈ, ਮਨ ਯਕ ਮੌਜਮ। ਮਨ ਮੈਨੇ ਮੈਂ ਹੁੰਦਾ ਫਾਰਸੀ 'ਚ, ਯਕ ਇੱਕ ਨੂੰ ਕਹਿੰਦੇ। ਮੈਂ ਇੱਕ ਮੌਜ ਹੈ, ਲਹਿਰ ਹੈ, ਤੂੰ ਬਹਿਰੇ ਬੇਕਰਾਂ, ਤੂੰ ਬੜਾ ਭਾਰੀ ਸਮੁੰਦਰ ਹੈ। ਫਰਕ ਬਾਸ਼ਦ ਅਜ, ਫਰਕ ਇੰਨਾ ਹੈ ਜਿੰਨਾ ਜ਼ਮੀਨੋਂ ਆਸਮਾਂ। ਫਰਕ ਬਾਸ਼ਦ ਅਜ ਜ਼ਮੀਨੋਂ ਆਸਮਾਂ। ਜ਼ਮੀਨ ਅਸਮਾਨ ਦਾ ਫਰਕ ਹੈ ਫਿਰ ਵੀ, ਹਾਲਾਂਕਿ ਲਹਿਰ ਔਰ ਸਮੁੰਦਰ ਇੱਕੋ ਆਪਾਂ ਨੂੰ ਲੱਗਦੇ ਪ੍ਰਤੀਤ ਆਉਂਦੇ। ਇਹ ਚੀਜ਼ਾਂ ਜਿਹੜੀਆਂ ਭਾਈ ਗੁਰਦਾਸ ਜੀ ਨੇ ਔਰ ਭਾਈ ਨੰਦ ਲਾਲ ਜੀ ਨੇ ਖੋਜੀਆਂ, ਸਾਹਮਣੇ ਲਿਆਂਦੀਆਂ, ਇਹਨਾਂ ਦੇ ਅੰਦਰਲੇ ਭਾਵ ਹੈ ਜਿਹੜੇ। ਗੁਰਬਾਣੀ ਕਿਉਂਕਿ ਸਟਲ ਵੇਚ ਲਿਖੀ ਗਈ ਹੈ ਔਰ ਜੰਦਰੇ ਦੀ ਤਰ੍ਹਾਂ, ਉਹ ਵਿੱਚ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਵੀ ਕਰਦੀ ਹੈ। ਜਿੱਥੇ ਕਿਤੇ ਕਸਰ ਰਹਿ ਜਾਂਦੀ ਹੈ ਉੱਥੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਭਾਈ ਨੰਦ ਲਾਲ ਜੀ ਵਰਗੇ ਉਹ ਖੋਲ੍ਹ ਦਿੰਦੇ। ਫਿਰ ਤਾਂ ਹੀ ਕੁੰਜੀ ਗੁਰੂ ਸਾਹਿਬ ਨੇ ਕਿਹਾ ਸੀਗਾ ਇਹਨਾਂ ਦੀ ਬਾਣੀ ਜਿਹੜੀ ਭਾਈ ਗੁਰਦਾਸ ਜੀ ਦੀ। ਔਰ ਸਾਧ ਸੰਗਤ ਜੀ, ਇਹ ਤਾਂ ਆਪ ਜੀ ਨੂੰ ਗਿਆਤ ਹੀ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਬਾਣੀ, ਦਸਮ ਗ੍ਰੰਥ 'ਚੋਂ ਬਾਣੀ, ਔਰ ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਇਹਨਾਂ ਨੂੰ ਪੜ੍ਹਿਆ ਜਾਂਦਾ ਹੈ ਹਰਿਮੰਦਰ ਸਾਹਿਬ ਤੋਂ, ਹੋਰ ਨਹੀਂ ਪੜ੍ਹੀਆਂ ਜਾਂਦਾ ਕੋਈ ਵੀ। ਇਹਨਾਂ ਦੀ ਮਾਨਤਾ, ਇਹਨਾਂ ਨੂੰ ਦਰਜਾ ਪ੍ਰਾਪਤ ਹੈ ਬਾਣੀ ਦਾ। ਬਾਕੀ ਤਾਂ ਸਭ ਕੋਈ ਰਚਨਾ ਹੋ ਸਕਦੀ ਹੈ, ਬਾਣੀ ਨਹੀਂ ਮੰਨੀ ਜਾਂਦੀ। ਤੋ ਜਦੋਂ ਮਨਸੂਰ ਨੇ ਅਨਲ ਹੱਕ ਕਿਹਾ ਵੀ ਮੈਂ ਰੱਬ ਹਾਂ, ਤਾਂ ਕੁਦਰਤੀ ਗੱਲ ਹੈ ਵੀ ਮੁਸਲਮਾਨ ਭਰਾ ਕਿਵੇਂ ਬਰਦਾਸ਼ਤ ਕਰੂੰਗੇ? ਉਹ ਵੀ ਤਾਂ ਇੱਕ ਅੱਲਾ ਨੂੰ ਮੰਨਦੇ। ਉਹ ਕਹਿੰਦੇ ਵੀ ਇਹ ਕੌਣ ਅੱਲਾ ਬਣ ਗਿਆ ਇਹ? ਅਖੀਰ ਨੂੰ ਉਹੀ ਕੁਛ ਹੋਇਆ ਜਿਹੜਾ ਦੁਨੀਆ ਕਰਦੀ ਹੁੰਦੀ ਹੈ ਮਹਾਂਪੁਰਸ਼ਾਂ ਦੇ ਨਾਲ, ਕਦੇ ਸੂਲੀ, ਕਦੇ ਭਾਲਾ, ਕਦੇ ਫਾਂਸੀ। ਉਹ ਹੋਇਆ, ਬੱਟੇ ਮਾਰੇ ਗਏ, ਸਾਰੇ ਸ਼ਹਿਰ ਨੇ ਮਨਸੂਰ ਦੇ ਬੱਟੇ ਮਾਰੇ, ਅਖੀਰ ਨੂੰ ਸੂਲੀ ਪਰ ਬਿਠਾ ਦਿੱਤਾ ਗਿਆ। ਉਹ ਮਨਸੂਰ ਜਿਹੜਾ ਅਨਲ ਹੱਕ ਦਾ ਨਾਅਰਾ ਲਾਉਂਦਾ ਸੀ, ਉਹਨੂੰ ਉਹਦੇ ਗੁਰੂ ਜਨੇਦੀ ਨੇ ਵੀ ਰੋਕਿਆ ਵੀ ਮਨਸੂਰ ਇਹ ਗੱਲ ਨਾ ਕਿਹਾ ਕਰ, ਦੁਨੀਆ ਦੀ ਇਹੀ ਜਿਹੀ ਅਵਸਥਾ ਨਹੀਂ ਵੀ ਉਹ ਤੈਨੂੰ ਸਮਝ ਸਕੇ, ਭਾਵੇਂ ਤੂੰ ਸਹੀ ਕਹਿਣਾ ਹੈ। ਉਹ ਸਹੀ ਕਿਵੇਂ ਹੈ ਸਾਧ ਸੰਗਤ ਜੀ ਦੀ ਵੀ ਵਿਚਾਰ ਥੋੜ੍ਹੀ ਜਿਹੀ ਆਪ ਜੀ ਨਾਲ ਕਰੀਏ। ਜੇ ਕੋਈ ਤ੍ਰੈ ਗੁਣਾਂ 'ਚ ਬੰਦਾ ਕਹਿੰਦਾ ਮੈਂ ਰੱਬ ਹੈ, ਤਾਂ ਉਹਨੂੰ ਸੁਧਾਰਨ ਦੀ ਲੋੜ ਹੈ, ਜਿਵੇਂ ਵੀ ਉਹ ਸਮਝੇ, ਚਾਹੇ ਗਿਆਨ ਨਾਲ ਚਾਹੇ ਡੰਡੇ ਨਾਲ, ਕਿਉਂਕਿ ਉਹ ਹਉਮੈ ਦੀ ਸਿਖਰ ਹੁੰਦੀ ਹੈ। ਜਦੋਂ ਕੋਈ ਮਹਾਂਪੁਰਸ਼ ਉਹਦੇ ਨਾਲ ਮਿਲ ਕੇ ਇਹ ਗੱਲ ਕਹਿੰਦਾ ਹੈ, ਮਨ ਤੂੰ ਜੋਤ ਸਰੂਪ ਹੈ ਵਾਲੀ ਅਵਸਥਾ ਬਣਦੀ ਹੈ, ਫਿਰ ਉਹ ਗਲਤ ਨਹੀਂ ਹੁੰਦੀ। ਦੁਨੀਆ ਨੂੰ ਭਾਵੇਂ ਉਹ ਫਿਰ ਵੀ ਗਲਤ ਲੱਗਦੀ, ਕਿਉਂਕਿ ਦੁਨੀਆ ਤ੍ਰੈ ਗੁਣਾਂ 'ਚ ਸੋਚਦੀ ਹੈ, ਮਾਇਓਪਿਕ ਬੁੱਧੀ ਹੁੰਦੀ ਹੈ ਦੁਨੀਆ ਦੀ, ਨੇੜੇ ਹੀ ਦੇਖਦੀ ਹੈ, ਦੂਰ ਤੱਕ ਨਹੀਂ ਦੇਖ ਸਕਦੀ। ਉਹ ਮਹਾਂਪੁਰਸ਼ ਸਹੀ ਹੁੰਦਾ ਉਦੋਂ, ਜਦੋਂ ਹਮਾ ਉਸਤ ਦਾ ਨਾਅਰਾ ਦਿੰਦਾ ਹੈ, ਅਹਮ ਬ੍ਰਹਮ ਆਸਮੀ ਕਹਿੰਦਾ ਹੈ, ਉਹ ਸਹੀ ਹੁੰਦਾ, ਦੁਨੀਆ ਨੂੰ ਨਹੀਂ ਠੀਕ ਲੱਗਦਾ ਹੁੰਦਾ, ਤਾਂ ਹੀ ਦੁਨੀਆ ਸਜ਼ਾ ਲੈਂਦੀ। ਲੇਕਿਨ ਉਹ ਵੀ ਆਪਣੇ ਆਪ ਤੋਂ ਮਜਬੂਰ ਹੁੰਦਾ, ਉਹ ਸੱਚ ਤੋਂ ਪਿੱਛੇ ਨਹੀਂ ਹਟਦਾ। ਜੁਨੈਦੀ ਨੇ ਕਿਹਾ ਵੀ ਮਨਸੂਰ ਤੂੰ ਨਾ ਕਿਹਾ ਕਰ, ਇਹ ਦੁਨੀਆ ਨੇ ਤੈਨੂੰ ਤੰਗ ਕਰਨਾ। ਕਹਿੰਦਾ ਗੁਰੂ ਜੀ ਕੋਈ ਗੱਲ ਨਹੀਂ ਕਹੂੰਗਾ, ਮੈਂ ਬਚਨ ਦਿੰਦਾ ਤੁਹਾਨੂੰ। ਪਰ ਜੋ ਅੰਦਰ ਹੁੰਦਾ ਹੈ, ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਿਹਾ ਵਾਓ, ਉਹ ਨਿਕਲੇ ਜਾਂਦਾ। ਫਿਰ ਵੀ ਕਿਤੇ ਬੈਠੇ ਸੀ
ਦਸਤਰਖਾਨ ਦੇ ਉੱਤੇ ਭੋਜਨ ਛਕ ਰਹੇ ਸੀ ਮੁਸਲਮਾਨ ਸਾਰੇ, ਫਕੀਰ ਵਿੱਚੇ ਮਨਸੂਰ ਵੀ ਥਾ, ਜੁਨੈਦੀ ਵੀ ਸੀਗਾ। ਉਹ ਤੋਂ ਫੇਰ ਨਿਕਲ ਗਿਆ ਜਦ ਰੱਬ ਦੀਆਂ ਗੱਲਾਂ ਕਰਦੇ ਸੀ। ਅਨਲ ਹੱਕ, ਸਭ ਨੇ ਉਹਦੇ ਵੱਲ ਦੇਖਿਆ, ਰਾਜੇ ਨੇ ਵੀ ਦੇਖਿਆ, ਔਰ ਰਾਜੇ ਨੇ ਕਿਹਾ ਵੀ ਮਨਸੂਰ ਮੇਰੇ ਕੋਲ ਤੇਰੀ ਪਹਿਲਾਂ ਵੀ ਸ਼ਿਕਾਇਤ ਆਈ ਹੈ ਵੀ ਤੂੰ ਅਨਲ ਹੱਕ ਕਹਿਣਾ ਵੀ ਮੈਂ ਰੱਬ ਹਾਂ, ਮੈਂ ਅੱਲਾ ਹਾਂ, ਮੈਂ ਖੁਦਾ ਹਾਂ, ਅੱਜ ਤਾਂ ਤੂੰ ਮੇਰੇ ਸਾਹਮਣੇ ਵੀ ਕਹੀ ਹੈ ਗੱਲ। ਕਹਿੰਦਾ ਜੀ ਮੈਂ ਨਹੀਂ ਕਹੀ ਹੈ ਇਹ ਗੱਲ, ਬਸ ਮੈਂ ਜਿਹੜਾ ਕੋਈ ਮੇਰੇ ਅੰਦਰ ਬੋਲਦਾ ਉਹ ਕਹਿ ਰਿਹਾ। ਚਲੋ ਰਾਜੇ ਨੇ ਹੁਕਮ ਕਰਤਾ ਵੀ ਇਹਨੂੰ ਪਹਿਲਾਂ ਜੇਲ੍ਹ 'ਚ ਬੰਦ ਕਰੋ ਕੁਛ ਦਿਨ, ਫਿਰ ਇਹਦੇ ਪੱਥਰ ਮਾਰੋ, ਜੇ ਫਿਰ ਵੀ ਨਹੀਂ ਮੰਨਦਾ ਤਾਂ ਇਹਨੂੰ ਫਿਰ ਸੂਲੀ ਪਰ ਬਿਠਾਓ। ਸੂਲੀ ਵੀ ਉਹਨਾਂ ਦੀ ਇੱਕ ਖਾਸ ਕਿਸਮ ਦੀ ਹੁੰਦੀ ਸੀ, ਜਿਹੜਾ ਹੇਠ ਤੋਂ ਉੱਪਰ ਬਿਠਾਏ ਤੋਂ ਹੇਠਾਂ ਤੋਂ ਨਿਕਲ ਕੇ ਉੱਪਰ ਸਿਰ ਤੱਕ ਪਾੜ ਕੇ ਲੰਘ ਜਾਂਦੀ ਸੀ ਵਜਨ ਦਿੱਤੇ ਤੋਂ। ਚਲੋ ਜੇਲ੍ਹ 'ਚ ਬੰਦ ਹੋਇਆ, ਜੁਨੈਦੀ ਵੀ ਗਿਆ ਮਿਲਣ ਵੀ ਮਨਸੂਰ ਤੈਂ ਮੈਨੂੰ ਵਚਨ ਦਿੱਤਾ ਸੀ ਵੀ ਮੈਂ ਨਹੀਂ ਕਹੂੰਗਾ ਅਨਲ ਹੱਕ, ਤੈਂ ਕਿਉਂ ਕਿਹਾ? ਕਹਿੰਦਾ ਗੁਰੂ ਜੀ ਮੈਂ ਤਾਂ ਕਿਹਾ ਹੀ ਨਹੀਂ। ਕਹਿੰਦਾ ਮਨਸੂਰ ਝੂਠ ਕਹਿਣਾ, ਤੂੰ ਮੇਰੇ ਸਾਹਮਣੇ ਤਾਂ ਕਿਹਾ। ਉਹ ਕਹਿੰਦਾ ਗੁਰੂ ਜੀ ਤੁਸੀਂ ਸਮਝੇ ਨਹੀਂ ਗੱਲ, ਮੈਂ ਥੋੜ੍ਹਾ ਬੋਲਦਾ, ਮੈਂ ਤਾਂ ਕੱਦਾ ਮਰ ਲਿਆ, ਮੇਰੀ ਤਾਂ ਮੈਂ ਖਤਮ ਹੋ ਚੁੱਕੀ ਹੈ। ਜਿਹੜਾ ਅੰਦਰ ਤੇ ਬੋਲਦਾ ਉਹੀ ਕਹਿ ਰਿਹਾ ਵੀ ਮੈਂ ਖੁਦਾ ਹਾਂ, ਉਹ ਬੋਲ ਰਿਹਾ ਅੱਲਾ ਮੇਰੇ ਅੰਦਰੋਂ, ਮੈਂ ਕਿਆ ਕਰਾਂ? ਮੈਂ ਤਾਂ ਬਚਨ ਦਿੱਤਾ ਵੀ ਮੈਂ ਨਹੀਂ ਕਹੂੰਗਾ, ਪਰ ਹੁਣ ਮੈਂ ਹੈ ਹੀ ਨਹੀਂ, ਮੈਂ ਦੀ ਜਗ੍ਹਾ ਤੂੰ ਹੋਇਆ ਹੋਇਆ। ਕਹਿੰਦੇ ਤੈਨੂੰ ਦੁਨੀਆ ਨੇ ਸਜ਼ਾ ਲਾ ਦੇਣੀ ਹੈ, ਪਹਿਲਾਂ ਹੀ ਲਾ ਰਹੇ ਹਾਂ। ਕਹਿੰਦਾ ਜੀ ਜੋ ਮਰਜ਼ੀ ਕਰ ਲਵੇਂ, ਮੈਨੂੰ ਕਿਆ ਇਤਰਾਜ਼ ਹੈ, ਮੈਂ ਤਾਂ ਉਹਦੇ ਹੁਕਮ ਵਿੱਚ। ਇਹ ਹੁੰਦੀ ਹੈ ਉਹ ਅਵਸਥਾ, ਮੈਂ ਪ੍ਰਭੂ ਹਾਂ। ਦੁਨੀਆ ਨੂੰ ਇਹ ਕਿੱਥੇ ਰਾਸ ਹੁੰਦੀ ਹੈ ਗੱਲ, ਦੁਨੀਆ ਤ੍ਰੈ ਗੁਣਾਂ 'ਚ ਹੁੰਦੀ ਹੈ। ਚੌਥੇ ਗੁਣ ਵਾਲਾ ਕਹੇ ਤਾਂ ਠੀਕ ਹੈ, ਪਰ ਅਗਰ ਦੁਨੀਆਦਾਰ ਕੋਈ ਕਹੇ ਉਹਦੀ ਤਾਂ ਫਿਰ ਮਜ਼ੰਮਤ ਕਰਨੀ ਬਣਦੀ। ਉਹ ਦੁਨੀਆਦਾਰ ਅਗਰ ਆਪਣੇ ਆਪ ਨੂੰ ਰੱਬ ਕਹਿੰਦਾ, ਜਿਵੇਂ ਫਿਰੌਨ, ਨਮਰੂਦ, ਹਿਰੌਡ, ਅਜਿਹੇ ਪੁਰਖਾਂ ਨੇ ਕਿਹਾ, ਉਹਨਾਂ ਦਾ ਫਿਰ ਅੰਤ ਵੀ ਵੱਧ ਵੀ ਕਰਿਆ, ਹਰਨਾਕਸ਼ ਦਾ ਵੱਧ ਵੀ ਕਰਿਆ ਪਰਮਾਤਮਾ ਨੇ। ਤੋ ਚਲੋ ਇਹ ਵਿਚਾਰਾਂ ਜਿਹੜੀਆਂ ਇਹ ਗੁਰਮਤਿ ਦੀਆਂ ਵਿਚਾਰਾਂ ਹੈ। ਸਮਝਣਾ ਗੁਰਮਤਿ ਨੂੰ ਔਖਾ ਬਣਦਾ, ਔਖਾ ਲੱਗਦਾ, ਕਿਉਂਕਿ ਅਸੀਂ ਇੱਕ ਦੋ ਸ਼ਬਦਾਂ ਨੂੰ ਲੈ ਕੇ ਜਾਂ ਇੱਕ ਦੋ ਤੁਕਾਂ ਨੂੰ ਲੈ ਕੇ ਗੁਰਬਾਣੀ ਦੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਭਟਕ ਜਾਂਦੇ। ਜੋ ਕੁਛ ਇੱਕ ਤੁਕ ਜਾਂ ਇੱਕ ਸ਼ਬਦ ਕਹਿੰਦਾ ਹੁੰਦਾ, ਉਹਦੇ ਨਾਲ ਬਾਕੀ ਕੁਛ ਵੀ ਹੋਰ ਕਿਹਾ ਜਾਂਦਾ ਗੁਰਬਾਣੀ 'ਚ, ਉਹਨੂੰ ਸਾਹਮਣੇ ਰੱਖ ਕੇ ਸਮਗਰਤਾ ਵਿੱਚੋਂ ਸਿਧਾਂਤ ਨਿਕਲਦਾ ਗੁਰਬਾਣੀ ਦਾ। ਤੋ ਸਾਧ ਸੰਗਤ ਜੀਓ, ਇਹ ਵਿਚਾਰਾਂ ਅਕਸਰ ਸੰਗਤ ਵਿੱਚ ਪੁੱਛੀਆਂ ਵੀ ਜਾਂਦੀਆਂ ਇਹੀਓ ਜਿਹੀਆਂ। ਇੱਕ ਵਾਰੀ ਇੱਕ ਸਾਹਿਬ ਦੁਆਸਰੇ ਨੂੰ ਸਵਾਲ ਪੁੱਛਿਆ ਸੀ, ਸ਼ਾਇਦ ਨਥਲਪੁਰ ਪਿੰਡ ਦੀ ਸੰਗਤ ਸੀਗੀ ਬਾਬਿਆਂ ਦੀ, ਕਿਸੇ ਗਿਆਨੀ ਜੀ ਨੇ ਪੁੱਛਿਆ ਸੀ ਬਈ ਜੀ ਇਹ ਕਹਿੰਦੇ ਆ ਵੀ ਪਾਰਸ ਨਾਲ ਲੱਗ ਕੇ ਆਪਣਾ ਜਿਹੜਾ ਤਾਂਬਾ ਹੁੰਦਾ, ਲੋਹਾ ਹੁੰਦਾ, ਉਹ ਵੀ ਪਾਰਸ ਬਣ ਜਾਂਦੇ ਆ, ਵੀ ਗੁਰੂ ਨਾਲ ਜੁੜ ਕੇ ਬੰਦਾ ਉਹੋ ਜਿਹੀ ਹੋ ਜਾਂਦਾ, ਗੁਰੂ ਵਰਗਾ ਹੀ ਵਿੱਚ ਹੀ ਮਿਲ ਜਾਂਦਾ। ਵੀ ਕਿਆ ਹਰਨਾਕਸ਼ ਜਿਹਦੇ ਘਰ 'ਚ ਪ੍ਰਹਿਲਾਦ ਸੀਗਾ, ਰੱਬ ਦਾ ਬੰਦਾ, ਭਾਵੇਂ ਉਮਰ ਛੋਟੀ ਸੀ ਲੇਕਿਨ ਅੰਦਰ ਪੂਰਾ ਉਹ ਪਰਮਾਤਮਾ ਪ੍ਰਗਟ ਸੀ ਉਹਦੇ, ਵੀ ਉਹਦੇ ਨਾਲ ਲੱਗ ਕੇ ਉਹ ਨਹੀਂ, ਉਹਦਾ ਨਹੀਂ ਉਧਾਰ ਹੋਇਆ ਵੀ ਜਿਵੇਂ ਹੋਰਾਂ ਦਾ ਹੋ ਜਾਂਦਾ। ਜਿਵੇਂ ਕੁਬਜ਼ਾ ਦਾ ਹੋਇਆ, ਉਹਦਾ ਕੁੱਬ ਕੱਢ ਦਿੱਤਾ ਸੀ ਕ੍ਰਿਸ਼ਨ ਜੀ ਨੇ। ਪੂਤਨਾ ਦਾ ਹੋਇਆ, ਦੁੱਧ ਚੁੰਘਾਉਣ ਆਈ ਸੀ ਮਾਰਨ, ਜ਼ਹਿਰ ਲਾ ਕੇ ਥਣਾ ਨੂੰ, ਉਹਦਾ ਵੀ ਉਧਾਰ ਹੋਇਆ। ਵੀ ਕਿਆ ਇਹਦਾ ਹਰਨਾਕਸ਼ ਦਾ ਵੀ ਉਧਾਰ ਹੋਇਆ। ਸਾਧ ਸੰਗਤ ਜੀ ਉਹ ਇਹ ਗੱਲ ਬੜੀ ਇੰਪੋਰਟੈਂਟ ਹੈ ਸਿੱਖ ਮੱਤ ਵਿੱਚ, ਵੀ ਜਿਹੜਾ ਬੰਦਾ ਗੁਰੂ ਦੇ ਉੱਤੇ ਜਾਂ ਪਰਮਾਤਮਾ ਪ੍ਰਤੀ ਆਸਥਾ ਰੱਖਦਾ ਹੋਵੇ, ਪਰ ਕਿਸੇ ਕਾਰਨ ਉਹ ਦੁਨੀਆਦਾਰੀ 'ਚ ਫਸ ਗਿਆ ਹੋਵੇ, ਉਹਦਾ ਆਧਾਰ ਤਾਂ ਜਾਂਦਾ ਹੋ। ਜਿਹੜਾ ਰੱਬ ਨਾਲ ਆਡਾ ਲਾਉਂਦਾ ਹੋਵੇ, ਰੱਬ ਨੂੰ ਮੰਨਦਾ ਹੀ ਨਾ ਹੋਵੇ, ਨਾਸਤਕ ਹੋਵੇ, ਉਹਦਾ ਆਧਾਰ ਨਹੀਂ ਹੁੰਦਾ, ਉਹਦਾ ਵੱਧ ਹੁੰਦਾ। ਜਾਂ ਦੂਜੇ ਸ਼ਬਦਾਂ 'ਚ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਮਾਰ ਕੇ ਉਹਦਾ ਆਧਾਰ ਕਰਿਆ ਜਾਂਦਾ, ਇਸ ਤਰ੍ਹਾਂ ਵੀ ਕਹਿੰਦੀ ਸੰਗਤ। ਤੋ ਹਰਨਾਕਸ਼ ਵਰਗਿਆਂ ਦਾ ਵੱਧ ਹੋਇਆ, ਫਿਰ ਨਮਰੂਦ ਮਰਿਆ ਇਸੇ ਤਰੀਕੇ ਨਾਲ, ਫਿਰੌਨ ਵੀ ਇਸੇ ਤਰ੍ਹਾਂ ਮਰਿਆ, ਉਹਨਾਂ ਦਾ ਆਧਾਰ ਨਹੀਂ ਹੋ ਸਕਿਆ ਜਿਉਂਦੇ ਜੀ, ਕਿਉਂਕਿ ਉਹ ਰੱਬ ਤੋਂ ਹੀ ਇਨਕਾਰੀ ਸੀਗੇ। ਜਿਹੜਾ ਬੰਦਾ ਗੁਰੂ ਨਾਲ ਜਾਂ ਪਰਮਾਤਮਾ ਨਾਲ ਆਡਾ ਲਾਉਂਦਾ, ਉਹਦਾ ਆਧਾਰ ਨਹੀਂ ਹੁੰਦਾ ਕਦੇ ਵੀ। ਹਾਂ ਵੈਸੇ ਉਹ ਨਾਸਤਿਕਤਾਈ ਵੀ ਹੋਵੇ, ਲੇਕਿਨ ਗੁਰੂ ਨਾਲ ਜਾਂ ਪਰਮਾਤਮਾ ਦੇ ਨਾਲ ਉਸ ਤਰ੍ਹਾਂ ਨਾਲ ਪੇਸ਼ ਆਉਂਦਾ ਹੋਵੇ ਜਿਵੇਂ ਵੀ ਮੈਂ ਹੀ ਰੱਬ ਹੈ, ਇਸ ਤਰ੍ਹਾਂ ਕਹਿੰਦਾ ਹੋਵੇ, ਜਾਂ ਰੱਬ ਕੋਈ ਚੀਜ਼ ਹੀ ਨਹੀਂ ਹੈ, ਉਹਨਾਂ ਦਾ ਆਧਾਰ ਨਹੀਂ ਹੁੰਦਾ। ਅਜਿਹੀਆਂ ਵਿਚਾਰਾਂ ਗੁਰਬਾਣੀ 'ਚ ਬਹੁਤ ਛੁਪੀਆਂ ਪਈਆਂ, ਇਹ ਸੰਗਤ ਵਿੱਚੋਂ ਹੀ ਪ੍ਰਗਟ ਹੋ ਸਕਦੀਆਂ। ਸੰਗਤ ਕੋਲ ਇਸੇ ਕਰਕੇ ਵਡਿਆਈ ਹੈ, 21ਵੀਂ ਸੰਗਤ ਹੈ,
ਵੀ ਸੰਗਤ ਦੇ ਵਿੱਚ ਤੁਰਿਆ ਪਦ ਬਣਦਾ ਕਿਸੇ ਵੀ ਬੰਦੇ ਦਾ। ਤੁਰਿਆ ਗੁਣ ਸਤ ਸੰਗਤ ਪਾਈਐ, ਨਦਰੀ ਪਾਰ ਉਤਾਰੀ। ਨਦਰ ਹੋਵੇ ਪਰਮਾਤਮਾ ਦੀ ਤਾਂ ਸੰਗਤ ਦੇ ਰਾਹੀਂ ਤੁਰਿਆ ਪਦ ਬਣਦਾ। ਤੁਰਿਆ ਮੀਨਸ ਚੌਥਾ ਪਦ, ਸੰਤਾਂ ਵਾਲੀ ਜਿਹੜੀ ਅਵਸਥਾ ਹੈ ਉਹ ਸੰਗਤ ਵਿੱਚ ਬਣਦੀ। ਸੰਗਤ ਤੋਂ ਬਾਹਰ ਜਾ ਕੇ ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਆਪਣੇ ਆਪ ਨੂੰ ਸਾਧੂ ਕਹਾਉਂਦਾ, ਸੰਤ ਕਹਾਉਂਦਾ, ਜਾਂ ਲੋਕ ਉਹਨੂੰ ਬ੍ਰਹਮ ਗਿਆਨੀ ਵੀ ਕਹਿੰਦੇ ਆ, ਔਰ ਸੰਗਤ ਤੋਂ ਬਾਹਰ ਹੈ, ਸੰਗਤ ਵਿੱਚ ਕੁਰਸੀ ਢਾਹ ਕੇ ਬਹਿੰਦਾ, ਆਪਣੇ ਆਪ ਨੂੰ ਬੜਾ ਕਰਦਾ, ਤਾਂ ਸਮਝ ਲਓ ਵੀ ਇਹ ਸੰਤ ਨਹੀਂ ਹੈ। ਦਾਸਰੇ ਦਾ ਇਸ ਤਰ੍ਹਾਂ ਬਹੁਤ ਜਗ੍ਹਾ ਕਈ ਡੇਰਿਆਂ ਨਾਲ ਵਾਹ ਪਿਆ, ਉੱਥੇ ਉਹਨਾਂ ਦੇ ਮੂੰਹ ਦੇ ਉੱਤੇ ਹੀ ਇਹ ਗੱਲ ਕਹੀ ਗਈ ਵੀ ਤੁਸੀਂ ਸੰਤ ਨਹੀਂ ਹੈ, ਐਵੇਂ ਤੁਸੀਂ ਗੁਰੂ ਹੋਣ ਦਾ ਭਰਮ ਪਾਲ ਰਹੇ। ਸੰਤਗਿਰੀ ਤਾਂ ਹੋਰ ਹੁੰਦੀ ਹੈ। ਸੰਤ ਜਾਂ ਗੁਰੂ ਤਾਂ ਸੰਗਤ ਪਰ ਪੱਖਾ ਚੱਲਦਾ ਹੋਊਗਾ, ਸੰਗਤ ਦੇ ਜੋੜੇ ਸਾਫ਼ ਕਰਦਾ ਹੋਊਗਾ, ਭਾਂਡੇ ਮਾਂਜਦਾ ਹੋਊਗਾ ਲੰਗਰ ਦੇ। ਇਹ ਨਹੀਂ ਹੈ ਵੀ ਉਹ ਆਪਣੇ ਆਪ ਨੂੰ ਬੜਾ ਕਰਦਾ ਹੋਊਗਾ। ਜਿੱਥੇ ਵਡਿਆਈ ਆ ਗਈ ਵੀ ਮੈਂ ਬੜਾ, ਉੱਥੇ ਸੰਤਗਿਰੀ ਕਿੱਥੇ ਰਹਿ ਜਾਂਦੀ ਹੈ। ਸਾਧ ਸੰਗਤ ਜੋ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇੱਥੇ ਵੀ ਸ਼ੰਕਾ ਪੈਦਾ ਹੁੰਦੀ ਵੀ ਅਮਰਤਾ ਪਰਮਾਤਮਾ ਹੀ ਹੈ, ਬਾਕੀ ਸਭ ਤਾਂ ਇੱਥੇ ਜਾਣੇ। ਹੁਣ ਇਹਦੇ 'ਚ ਫੇਰ ਅੱਗੇ ਭੇਦ ਹੈ ਗੱਲ 'ਚ। ਸੰਤਾਂ ਦਾ, ਬ੍ਰਹਮ ਗਿਆਨੀਆਂ ਦਾ, ਗੁਰੂ ਸਾਹਿਬਾਨਾਂ ਦਾ, ਰਿਸ਼ੀਆਂ ਮੁਨੀਆਂ ਦਾ, ਸਭ ਦਾ ਜਿਹੜਾ ਸਰੀਰ ਹੈ ਉਹਨੇ ਤਾਂ ਜਾਣਾ ਹੀ ਹੈ ਭਾਈ। ਜਿਹੜਾ ਇੱਥੇ ਪੈਦਾ ਹੋਈ ਚੀਜ਼ ਹੈ ਉਹਨੇ ਅਵੱਸ਼ ਜਾਣਾ, ਮਿਟਣਾ। ਉਹਦਾ ਮਤਲਬ ਇਹ ਹੁੰਦਾ ਵੀ ਉਹ ਆਤਮਿਕ ਤੌਰ 'ਤੇ ਇੰਨੇ ਉੱਚੇ ਹੁੰਦੇ ਆ ਵੀ ਉਹ ਮਰਦੇ ਨਹੀਂ ਕਦੇ ਵੀ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਇਹ ਕੋਈ ਅਲੋਕਾਰੀ ਗੱਲ ਨਹੀਂ ਹੈ। ਗੁਰਬਾਣੀ 'ਚ ਬਹੁਤ ਜਗ੍ਹਾ ਵੀ ਇਹ ਜਿਹੜਾ ਸਾਧੂ ਹੁੰਦਾ ਉਹ ਅਮਰ ਹੁੰਦਾ ਹੈ, ਤਾਂ ਬ੍ਰਹਮ ਗਿਆਨੀ ਵੀ ਅਮਰ ਹੁੰਦਾ। ਸਦ ਜੀਵੈ ਨਹੀਂ ਮਰਤਾ। ਅੱਖਰੀ ਅਰਥ ਨਹੀਂ ਲੈਣਾ ਹੁੰਦਾ ਇਹਨਾਂ ਚੀਜ਼ਾਂ ਦਾ। ਇਹਨਾਂ ਦੇ ਪਿੱਛੇ ਬਿਹਾਈਂਡ ਦਾ ਲਾਈਨ ਕੁਛ ਹੋਰ ਬਾਤ ਹੁੰਦੀ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਹੁਣ ਦੇਖੋ ਇਹ ਵੀ ਐਂ ਲੱਗਦਾ ਹੈ ਵੀ ਸ੍ਰਿਸ਼ਟੀ ਦਾ ਕਰਤਾ ਤਾਂ ਕੇਵਲ ਵਾਹਿਗੁਰੂ ਹੈ, ਵੀ ਹੋਰ ਤਾਂ ਕੋਈ ਹੈ ਨਹੀਂ। ਗੁਰਬਾਣੀ ਉਹ ਕਹਿੰਦੀ ਹੈ, ਇਹ ਗੱਲ ਫਰਮਾਉਂਦੀ ਹੈ, ਬਿਲਕੁਲ ਠੀਕ ਹੈ। ਫਿਰ ਬ੍ਰਹਮ ਗਿਆਨੀ ਨੂੰ ਕਾਹਤੇ ਕਿਹਾ ਵੀ ਸਭ ਸ੍ਰਿਸ਼ਟ ਕਾ ਕਰਤਾ? ਇਹਦੇ 'ਚ ਵੀ ਭੇਦ ਹੈ। ਬ੍ਰਹਮ ਗਿਆਨੀ ਦੇ ਅੰਦਰ ਸ਼ਬਦ ਪ੍ਰਗਟ ਹੁੰਦਾ ਹੈ, ਨਾਮ ਪ੍ਰਗਟ ਹੁੰਦਾ ਹੈ। ਹੁਣ ਸ਼ਬਦੇ ਉਤਪਤੀ ਔਰ ਪਰਲੋ ਹੁੰਦੀ ਹੈ, ਇਹ ਵੀ ਗੁਰਬਾਣੀ 'ਚ ਆਉਂਦਾ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਮਾਰੂ ਰਾਗ 'ਚ ਆਉਂਦਾ। ਸ਼ਬਦ ਜਾਂ ਨਾਮ ਦੇ ਰਾਹੀਂ ਸੰਸਾਰ ਦੀ ਉਤਪਤੀ ਹੁੰਦੀ ਹੈ। ਤੋ ਜਿਹਦੇ ਅੰਦਰ ਸ਼ਬਦ ਵਸ ਗਿਆ, ਪ੍ਰਗਟ ਹੋ ਗਿਆ, ਫਿਰ ਉਹ ਕਿਆ ਹੋ ਗਿਆ? ਉਹ ਕਿਆ ਬਣ ਗਿਆ? ਫਿਰ ਉਹ ਪਰਮਾਤਮਾ ਵਰਗਾ ਨਾ ਹੋ ਗਿਆ। ਜਦੋਂ ਉਹਦੇ ਅੰਦਰ ਸ਼ਬਦ ਦਾ ਵਾਸਾ ਹੈ, ਨਾਮ ਪ੍ਰਗਟ ਹੈ, ਫਿਰ ਉਹ ਪਰਮਾਤਮਾ ਵਰਗਾ ਹੋ ਜਾਂਦਾ। ਉਹ ਸ਼ਬਦ ਕਰਕੇ ਹੀ ਫਿਰ ਵਡਿਆਈ ਹੈ ਸਾਰੀ ਮਹਾਂਪੁਰਸ਼ ਦੀ। ਇਸੀ ਕਰਕੇ ਬ੍ਰਹਮ ਗਿਆਨੀ ਸਭ ਕੁਛ ਹੈ ਪਰਮਾਤਮਾ ਵਰਗਾ। ਜਿੰਨੇ ਗੁਣ ਪਰਮਾਤਮਾ ਦੇ ਹੈ, ਲੱਛਣ, ਉਹ ਸਾਰੇ ਹੀ ਬ੍ਰਹਮ ਗਿਆਨੀ ਦੇ ਵਿੱਚ ਆ ਜਾਂਦੇ। ਇਹ ਵਿਚਾਰਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਬਈ ਸੰਤ ਦਾ ਔਰ ਬ੍ਰਹਮ ਗਿਆਨੀ ਦਾ ਵੀ ਕੁਛ ਭੇਦ ਹੁੰਦਾ ਹੈ। ਗੁਰਮੁਖ ਔਰ ਬ੍ਰਹਮ ਗਿਆਨੀ 'ਚ ਵੀ ਥੋੜ੍ਹਾ ਬਹੁਤਾ ਸਟਲ ਜਿਹਾ ਭੇਦ ਹੁੰਦਾ, ਭਾਵੇਂ ਕਿ ਇੱਕ ਦੋਨੋਂ ਭੇਦਾ ਭੇਦ ਵੀ ਹੈ, ਇੱਕ ਦੂਜੇ ਦੀ ਜਗ੍ਹਾ ਗੁਰਬਾਣੀ 'ਚ ਵਰਤੇ ਵੀ ਜਾਂਦੇ ਆ ਸ਼ਬਦ। ਤੋ ਫਰਕ ਜ਼ਰੂਰ ਹੁੰਦਾ ਕਿਤੇ ਨਾ ਕਿਤੇ। ਉਹ ਫਰਕ ਪਤਾ ਚੱਲੂਗਾ ਸੰਗਤ ਵਿੱਚ ਔਰ ਗੁਰਬਾਣੀ ਦੀ ਸਮੱਗਰਤਾ ਤੋਂ। ਜਿੰਨਾ ਚਿਰ ਸਮੱਗਰਤਾ ਨਹੀਂ ਕਰਦੇ ਆਪਾਂ, ਇੱਕ ਰਸ ਹੋ ਕੇ ਗੁਰਬਾਣੀ ਦਾ ਅਧਿਐਨ ਨਹੀਂ ਕਰਦੇ, ਸੰਗਤ ਨਹੀਂ ਕਰਦੇ, ਸਾਰੇ ਦੀ ਕਥਾ ਨਹੀਂ ਸੁਣਦੇ, ਆਪ ਨਹੀਂ ਕਰਦੇ, ਸਮਝ ਨਹੀਂ ਪੈਂਦੀ ਹੈ। ਇੱਕ ਦੋ ਸ਼ਬਦਾਂ ਨੂੰ ਲੈ ਕੇ ਅਗਰ ਕੋਈ ਅਰਥ ਭਾਵ ਲਊਗਾ ਗੁਰਬਾਣੀ ਦਾ, ਉਹ ਨਹੀਂ ਪੂਰਾ ਸਹੀ ਹੋ ਸਕਦਾ। ਇਸੀ ਕਰਕੇ ਟਾਇਨਬੀ ਨੇ ਕਿਹਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ, ਇਹ ਫੁੱਲਨੈਸ ਆਫ ਟਰੂਥ ਹੈ। ਹਾਲਾਂਕਿ ਸਾਰੇ ਰਿਲੀਜੀਅਸ ਬੁੱਕਸ ਮੁਬਾਰਕ ਹੈ, ਜਿੰਨੇ ਵੀ ਧਾਰਮਿਕ ਪੁਸਤਕਾਂ ਕਿਸੇ ਵੀ ਧਰਮ ਦੀਆਂ, they all contain truth, but ਗੁਰੂ ਗ੍ਰੰਥ contains fullness of truth। ਇਹ ਜਿਹੜੀ ਫੁੱਲਨੈਸ ਹੈ, ਇਹ ਗੁਰਬਾਣੀ ਦੀ ਸਮੱਗਰਤਾ ਵਿੱਚ ਹੈ। ਜਿਵੇਂ ਆਪਾਂ ਨੂੰ ਭਾਣੇ ਔਰ ਹੁਕਮ ਦੀ ਸਮਝ ਨਹੀਂ ਆਉਂਦੀ, ਉੱਪਰੋਂ ਲੈ ਲੈਂਦੇ ਗੱਲ ਨੂੰ, ਗੱਲ ਵਿੱਚ ਤੇ ਗਹਿਰਾਈ ਵਾਲੀ ਗੱਲ ਹੋਰ ਹੈ। ਭਾਣੇ ਔਰ ਹੁਕਮ ਵਿੱਚ ਥੋੜ੍ਹਾ ਜਿਹਾ ਫਰਕ ਵੀ ਰੱਖਿਆ ਹੋਇਆ ਗੁਰੂ ਸਾਹਿਬ ਨੇ, ਉਹ ਫਿਰ ਸਮੱਗਰਤਾ ਵਿੱਚੋਂ ਸਮਝ ਆਉਂਦੀ ਉਸ ਗੱਲ ਦੀ। ਭਾਣਾ ਸਾਡਾ ਆਪਣਾ ਵਰਤਦਾ ਅਕਸਰ, ਜਾਂ ਪੰਡਤ ਦਾ ਭਾਣੇ 'ਚ ਹੁੰਦੇ ਆਪਾਂ। ਪੰਡਤ ਜਿਹੜੀਆਂ ਗੱਲਾਂ ਕਹਿੰਦਾ ਉਸ ਤਰ੍ਹਾਂ ਦੀਆਂ ਕਰਦਾ ਆਇਆ ਹੁਣ ਤਾਈਂ ਮਨੁੱਖ, ਹੁਣ ਵੀ ਕਰੀ ਜਾਂਦੇ ਕਈ ਤਾਂ ਜੋਤਸ਼ੀਆਂ ਦੇ ਮਗਰ ਲੱਗ ਕੇ। ਉਹ ਸਾਡਾ ਆਪਣਾ ਭਾਣਾ ਹੁੰਦਾ। ਕੋਈ ਬੰਦਾ ਸ਼ਰਾਬ ਪੀ ਕੇ, ਨਸ਼ਾ ਪੀ ਕੇ ਮਰ ਜੇ, ਉਹ ਉਹਦਾ ਆਪਣਾ ਭਾਣਾ ਹੁੰਦਾ। ਗੁਰੂ ਕਦੇ ਨਹੀਂ ਕਹਿੰਦਾ ਵੀ ਤੂੰ ਇਹ ਕੰਮ ਕਰ। ਚੋਰ ਚੋਰੀ ਕਰਦਾ, ਜੇ ਉਹ ਵੀ ਕਹੇ ਵੀ ਮੈਂ ਵੀ ਉਹਦੇ ਭਾਣੇ ਹੁਕਮ ਵਿੱਚ ਹੈ,
ਹੁਕਮ ਵਿੱਚ ਤਾਂ ਹੈ ਪਰ ਭਾਣੇ 'ਚ ਨਹੀਂ, ਭਾਣਾ ਉਹ ਆਪਣਾ ਕਰੇ, ਇਹਨਾਂ 'ਚ ਫਰਕ ਹੈ ਥੋੜ੍ਹਾ ਥੋੜ੍ਹਾ। ਤੋ ਇਹੀ ਗੁਰਬਾਣੀ ਦੀ ਸਮੱਗਰਤਾ ਹੈ, ਫੁੱਲਨੈਸ ਹੈ। ਇਹਨੂੰ ਸਮਝਾਂਗੇ ਸਾਰੀ ਨੂੰ, ਫਿਰ ਸਮਝ ਆ ਜਾਊਗੀ। ਜਿਹੜੀ ਗੱਲ ਦੀ ਨਹੀਂ ਸਮਝ ਆਉਂਦੀ ਆਊਗੀ ਸੰਗਤ ਵਿੱਚ, ਜੇ ਆਪਣੇ ਆਪ ਤੋਂ ਨਹੀਂ ਵੀ ਆਉਂਦੀ ਤਾਂ ਸੰਗਤ ਵਿੱਚ ਸਮਝ ਆ ਜਾਂਦੀ ਹੈ। ਸੰਗਤ ਖੋਲ੍ਹ ਦਿੰਦੀ ਇਹਨਾਂ ਚੀਜ਼ਾਂ ਨੂੰ। ਇਸੇ ਕਰਕੇ ਮਹਿਮਾ ਸੰਗਤ ਦੀ। ਕੋਈ 21 ਵਿਸਵੇ ਕਹਿਣਾ ਗੁਰੂ ਜੀ ਦੁਆਰਾ ਆਪਣੇ ਆਪ ਤੋਂ ਬੜੀ ਕਰ ਦੇਣਾ ਸੰਗਤ ਨੂੰ, ਇਹ ਕੋਈ ਛੋਟੀ ਗੱਲ ਨਹੀਂ ਹੈ। ਇਸੇ ਕਰਕੇ ਹੈ ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਸਾਹਿਬ ਫਰਮਾਉਂਦੇ ਵੀ ਸੰਗਤ ਵਿੱਚ ਪ੍ਰਭੂ ਵਸਦਾ ਹੈ। ਹੁਣ ਉਹ ਪ੍ਰਭੂ ਸਾਨੂੰ ਤਾਂ ਦਿਖਦਾ ਕੋਈ ਨਹੀਂ ਹੈ, ਆਪਾਂ ਲੋਕਾਂ ਨੂੰ ਕਿੱਥੇ ਦਿਖਦਾ? ਆਪਾਂ ਨੂੰ ਤਾਂ ਸੰਗਤ ਦੀ ਗਿਣਤੀ ਦਿਖ ਜੂਗੀ, ਉਹਨਾਂ ਦੇ ਕੱਪੜੇ ਦਿਖ ਜਾਣਗੇ, ਪੱਗ ਬੰਨ੍ਹਣ ਦਾ ਸਟਾਈਲ ਕਿਆ ਹੈ ਕਿਸੇ ਦਾ ਉਹ ਦਿਖ ਜੂਗਾ, ਕਦੇ ਨਹੀਂ ਨਜ਼ਰ ਆਉਂਦਾ। ਰੰਗ ਰੂਪ ਤਾਂ ਦਿਖ ਸਕਦਾ ਸੰਗਤ ਦਾ, ਪਰ ਜਿਹੜਾ ਮਕਰੰਦ ਹੈ ਸੰਗਤ ਦੇ ਵਿੱਚ ਉਹ ਨਹੀਂ ਨਜ਼ਰ ਆ ਸਕਦਾ। ਉਹ ਮਧੂ ਮੱਖੀ ਨੂੰ ਆਉਂਦਾ ਫੁੱਲਾਂ ਪਰ। ਐਸੇ ਤਰੀਕੇ ਨਾਲ ਕਿਸੇ ਸੰਤ ਨੂੰ ਜਾਂ ਬ੍ਰਹਮ ਗਿਆਨੀ ਨੂੰ ਫਿਰ ਕੀਮਤ ਪੈਂਦੀ ਹੈ, ਉਹ ਪਾਉਂਦੇ ਸੰਗਤ ਦੀ ਕੀਮਤ। ਉਹਨਾਂ ਨੂੰ ਪਤਾ, ਉਹੀ ਕਹਿੰਦੇ ਵੀ ਸੰਗਤ ਵਿੱਚ ਰੱਬ ਵਸਦਾ, ਸਾਨੂੰ ਤਾਂ ਲੱਗਦਾ ਹੀ ਨਹੀਂ ਹੈ। ਤੋ ਸੰਗਤ ਵੀ ਗੁਰੂ ਦੀ ਸੰਗਤ, ਪੱਕੇ ਗੁਰੂ ਦੀ, ਪੂਰੇ ਗੁਰੂ ਦੀ ਜਾਂ ਸਾਧੂ ਦੀ ਸੰਗਤ, ਕੱਚਿਆਂ ਦੀ ਨਹੀਂ। ਕੱਚਿਆਂ ਦੀਆਂ ਸੰਗਤਾਂ ਵੀ ਬਹੁਤ ਪ੍ਰਚਲਿਤ ਹੈ ਪੰਜਾਬ ਵਿੱਚ, ਖਾਸ ਕਰਕੇ ਬਹੁਤ ਪ੍ਰਚਲਿਤ ਹੈ। ਉਹ ਆਪ ਵੀ ਡੁੱਬਦੇ, ਸਾਨੂੰ ਵੀ ਨਾਲ ਡੋਬ ਲੈਣਾ ਉਹਨਾਂ ਨੇ। ਆਪ ਡੁੱਬੇ ਝਉ ਵੇਦ ਮੇਂ ਚੇਲੇ ਦੀਏ ਬਹਾਏ। ਤੋ ਜਿਹੜਾ ਸਾਧ ਸੰਗਤ ਜੀ, ਉਹ ਗੁਰਬਾਣੀ ਦਾ ਅੰਦਰਲਾ ਭਾਵ ਹੈ, ਜਿਹਨੂੰ ਨਿਊਐਂਸ ਕਿਹਾ ਜਾਂਦਾ ਹੈ, ਬੁੱਝਣਾ ਕਹਿੰਦੀ ਹੈ ਜਿਹਨੂੰ ਗੁਰਬਾਣੀ, ਉਹ ਹੋਰ ਹੈ, ਅੱਖਰੀ ਅਰਥ ਹੋਰ ਹੈ। ਭਾਵੇਂ ਕਿ ਅੱਖਰੀ ਅਰਥਾਂ ਦੇ ਨਾਲ ਵੀ ਅਸੀਂ ਥੋੜ੍ਹਾ ਬਹੁਤਾ ਨੇੜੇ ਤੇੜੇ ਚਲੇ ਜਾਂਦੇ ਹਾਂ ਵੀ ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ, ਪਰ ਅਸਲੀ ਜਿਹੜਾ ਭਾਵ ਹੈ ਉਹ ਸਮਝ ਆਊਗਾ ਜਿੱਦਣ ਬੁੱਝਣ ਲਾਤਾ ਸਾਨੂੰ ਗੁਰੂ ਨੇ। ਇਹ ਬੁੱਝਣਾ ਜਿਹੜਾ, ਇਹ ਗੁਰੂ ਭੇਂਟ ਤੋਂ ਬਾਅਦ ਦਾ ਕਰਮ ਹੈ, ਇਹ ਪਹਿਲਾਂ ਨਹੀਂ ਹੁੰਦਾ ਕਦੇ ਵੀ। ਮੈਂ ਟੁੱਟੇ ਤੋਂ ਪਹਿਲਾਂ ਇਹ ਕਰਮ ਬੁੱਝਣਾ ਨਹੀਂ ਆਉਂਦਾ ਹੈ। ਗਿਆਨ ਆਜੂ, ਅਰਥ ਆ ਜਾਣਗੇ, ਬੁੱਝਣਾ ਨਹੀਂ ਆਉਂਦਾ ਕਦੇ ਵੀ। ਬੁੱਝਣਾ ਹੈ ਹੀ ਉਹ ਚੌਥੇ ਪਦ ਵਿੱਚ ਆਉਂਦਾ ਜਾ ਕੇ, ਜਿੱਥੇ ਗੁਰੂ ਕਿਰਪਾ ਕਰਦਾ, ਜਿੱਥੇ ਭੈ ਪੈਦਾ ਹੁੰਦਾ ਉਹਦਾ, ਨਿਰਮਲ ਭਉ। ਆਪਾਂ ਸੰਸਾਰੀ ਭੈ ਵਿੱਚ ਹੈ, ਸੰਤ ਬ੍ਰਹਮ ਗਿਆਨੀ ਇਹ ਹਮੇਸ਼ਾ ਨਿਰਮਲ ਭਉ ਵਿੱਚ ਹੁੰਦੇ ਆ, ਕਿਉਂਕਿ ਇਹ ਚੌਥੇ ਗੁਣ ਦਾ, ਚੌਥੇ ਯਾਨੀ ਪਦਵੀ ਦਾ, ਤੁਰੀਆ ਪਦ ਦਾ ਇੱਕ ਵਿਸ਼ੇਸ਼ ਗੁਣ ਹੈ ਨਿਰਭਉ ਹੋ ਜਾਣਾ। ਐਵੇਂ ਨਹੀਂ ਆਰੇ ਚੱਲਦੇ ਸਿਰਾਂ ਦੇ ਉੱਪਰ। ਕਹਿ ਦੇਣਾ ਤਾਂ ਬਹੁਤ ਸੌਖਾ ਹੈ, ਪਰ ਬਹੁਤ ਮੁਸ਼ਕਿਲ ਹੈ। ਲੇਕਿਨ ਉਹ ਉਹਨਾਂ ਵਾਸਤੇ ਕੋਈ ਮੁਸ਼ਕਿਲ ਨਹੀਂ ਜਿਹੜੇ ਉਸ ਅਵਸਥਾ ਵਿੱਚ ਪਹੁੰਚ ਗਏ, ਉਹ ਨਿਰਭਉ ਹੋ ਜਾਂਦੇ। ਉੱਥੇ ਜਾ ਕੇ ਫਿਰ ਅਨਲ ਹੱਕ ਕਿਹਾ ਹੀ ਜਾਂਦਾ ਹੈ, ਕਰ ਲਓ ਜਿਹੜਾ ਕੁਛ ਕਰਨਾ ਦੁਨੀਆ ਵਾਲਿਓ। ਉੱਥੇ ਜਾ ਕੇ ਨਹੀਂ ਫਿਰ ਭਾਈ ਤਾਰੂ ਸਿੰਘ ਜੀ ਫਿਰ ਇਹੀ ਕਹਿੰਦੇ ਆ ਵੀ ਖੋਪਰੀ ਲਾ ਦਿਓ ਪਰ ਕੇਸ ਨਾ ਕੱਢ ਦਿਓ। ਦੇਖਿਓ ਕਿਤੇ ਉਹ ਅਵਸਥਾ ਹੀ ਹੋਰ ਹੁੰਦੀ ਹੈ, ਰੰਗ ਰਤੜਿਆਂ ਦੀ ਉਹ ਅਵਸਥਾ ਨੂੰ ਬਿਆਨ ਕਰਨਾ ਵੀ ਮੁਸ਼ਕਿਲ ਹੈ। ਅਸੀਂ ਤ੍ਰੈਗੁਣੀ ਉਹਨਾਂ ਦੀ ਵਿਚਾਰ ਕਿਵੇਂ ਕਰ ਸਕਦੇ ਹਾਂ? ਜਿੰਨੀ ਕਿ ਕਰ ਸਕਦੇ ਹਾਂ ਉਹ ਅਧੂਰੀ ਹੋ ਰਹਿ ਜਾਂਦੀ ਹੈ। ਪੂਰੀ ਤਾਂ ਉਹੀ ਕਰੂ ਜਿਹੜਾ ਉਸ ਅਵਸਥਾ 'ਚ ਪਹੁੰਚਿਆ ਹੋਇਆ ਬੰਦਾ ਹੁੰਦਾ। ਤਾਂ ਚਲੋ ਸਾਧ ਸੰਗਤ ਜੀ, ਵਿਚਾਰਾਂ ਕਰਦੇ ਹਾਂ, ਕਈ ਵਾਰ ਕੋਈ ਅਪਸ਼ਬਦ ਨਿਕਲ ਜਾਂਦਾ, ਕਈ ਵਾਰ ਕੋਈ ਗਲਤ ਬਿਆਨੀ ਵੀ ਹੋ ਸਕਦੀ। ਕੋਈ ਬੜੀ ਗੱਲ ਨਹੀਂ, ਬੰਦਾ ਭੁੱਲਣਹਾਰ ਹੈ, ਆਪ ਜੀ ਬਖਸ਼ਣਹਾਰ ਹੈ। ਸੰਗਤ ਹਮੇਸ਼ਾ ਬਖਸ਼ ਦਿੰਦੀ ਹੈ, ਗੁਰੂ ਜੀ ਤਾਂ ਹਮੇਸ਼ਾ ਹੀ ਕਿਰਪਾਲੂ ਦਿਆਲੂ ਹੈ। ਤਾਂ ਚਲੋ ਇਹ ਤਵੱਕੋ ਕਰਦੇ ਹੋਏ ਵੀ ਤੁਸੀਂ ਅਸੀਸਾਂ ਬਖਸ਼ੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।